जी मेरा ख्याल है कि गवर्नमेंट ना ओवर रिएक्ट कर रही है। इस 2020 ਦੇ ਹੱਕ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਗਰਾਊਂਡ ਸਪੋਰਟ ਨਜ਼ਰ ਨਹੀਂ ਆ ਰਹੀ। ਕਿਸੇ ਨੂੰ ਆਜ਼ਾਦ ਕੰਟਰੀ 'ਚ ਰਹਿ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਦਾ ਆਪਾਂ ਉਹਨੂੰ ਰੋਕ ਨਹੀਂ ਸਕਦੇ। ਯੂਆਪਾ ਜਿਹੜਾ ਟਾਡਾ ਵਰਗਾ ਲਾਅ ਆ, ਬਹੁਤ ਸਖਤ ਕਾਨੂੰਨ ਬਣਾਇਆ ਜਿਹੜਾ ਉਹਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਇਹ ਕੋਈ ਹੋਰ ਵਿਅਕਤੀ ਆਇਆ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਹਿਤਾ ਕਿ ਜੋਗਿੰਦਰ ਸਿੰਘ ਤੂੰ ਇਹਨੂੰ ਸਰੂਪਾ ਪਾ ਦੇ ਬਈ। ਪੰਜਾਬ ਦੀ ਪੁਲਿਸ ਸ਼ਰਾਰਤ ਨਾਲ ਇੱਕ ਸੋਸ਼ਲ ਡਿਵਾਈਡ ਵੀ ਕ੍ਰੀਏਟ ਕਰ ਰਹੀ ਹੈ। ਇਹ ਸਾਜ਼ਿਸ਼ ਕਰ ਕੌਣ ਰਿਹਾ ਹੈ? ਜਿਹੜੇ ਸਿੱਖ ਸ਼ਰਧਾਲੂ ਜਾਂਦੇ ਨੇ ਕਰਤਾਰਪੁਰ ਸਾਹਿਬ ਕੋਰੀਡੋਰ, ਇਹਨਾਂ ਨੂੰ ਪਾਕਿਸਤਾਨ 6 ਘੰਟਿਆਂ ਦੀ ਟ੍ਰੇਨਿੰਗ ਦੇ ਕੇ ਅੱਤਵਾਦੀ ਬਣਾ ਕੇ ਭੇਜ ਸਕਦਾ ਸੀ। 2% ਆਬਾਦੀ ਵਾਲੇ 20% ਕੁਰਬਾਨੀ ਦੇ ਰਹੇ ਨੇ। ਹਾਲੇ ਵੀ ਸਾਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਪੈ ਰਿਹਾ। ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਨੇ, ਕੇਂਦਰੀਵਾਦੀ ਪਾਰਟੀਆਂ, ਉਹਨਾਂ ਦੇ ਕੋਲ ਪੰਜਾਬ ਦਾ ਹੱਲ ਨਹੀਂਗਾ। ਪੰਜਾਬ ਦਾ ਜਿੱਦਣ ਹੱਲ ਹੋਵੇਗਾ ਉਹ ਇੱਥੋਂ ਦੀ ਇੱਕ ਲੋਕਲ ਪਾਰਟੀ ਤੋਂ ਹੋਵੇਗਾ। ਕੋਰੋਨਾ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ-ਪੁਥਲ ਸ਼ੁਰੂ ਹੋਈ ਹੈ। ਬਹੁਤ ਸਾਰੇ ਮਸਲੇ ਮਸਾਇਲ ਉੱਭਰ ਕੇ ਸਾਹਮਣੇ ਆ ਰਹੇ ਆ। ਇਹਨਾਂ ਮਸਲਿਆਂ ਨੂੰ ਲੈ ਕੇ ਇੱਕ ਆਵਾਜ਼ ਹਮੇਸ਼ਾ ਬੁਲੰਦ ਰਹਿੰਦੀ ਹੈ ਤੇ ਉਹ ਆਵਾਜ਼ ਅਸਰ ਵੀ ਕਰਦੀ ਹੈ। ਆਵਾਜ਼ ਹੈ ਸੁਖਪਾਲ ਖਹਿਰਾ ਹੋਰਾਂ ਦੀ। ਸੁਖਪਾਲ ਖਹਿਰਾ ਹੋਰੀ ਸਾਡੇ ਨਾਲ ਮੌਜੂਦ ਨੇ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਟੀਵੀ ਪੰਜਾਬ ਤੇ ਜੀ ਆਇਆਂ। ਬਹੁਤ ਸ਼ੁਕਰੀਆ, ਸਭ ਨੂੰ ਮੇਰੀ ਫਤਿਹ ਜੀ। ਖਹਿਰਾ ਸਾਹਿਬ, ਅੱਜ ਦੀ ਜੇ ਗੱਲ ਕਰੀਏ ਤੇ ਰੈਫਰੈਂਡਮ 2020 ਨੂੰ ਲੈ ਕੇ ਆਨਲਾਈਨ ਜਿਹੜੀ ਆ ਵੋਟਿੰਗ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਔਰ ਪੰਜਾਬ ਦੇ ਵਿੱਚ ਇੰਨੀ ਸਖਤੀ ਵਧਾ ਦਿੱਤੀ ਗਈ ਹੈ, ਇੰਨੀ ਤਲਖੀ ਨਜ਼ਰ ਆ ਰਹੀ ਹੈ ਕਿ ਇਸ ਸਭ ਦੇ ਦਰਮਿਆਨ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ। ਤੁਹਾਡੇ ਹਲਕੇ ਦੇ ਭੁਲੱਥ ਹਲਕੇ ਦੇ ਵਿੱਚੋਂ ਵੀ ਇੱਕ ਗ੍ਰਿਫਤਾਰੀ ਹੋਈ ਹੈ। ਕਿਸ ਨਜ਼ਰੀਏ ਨਾਲ ਤੁਸੀਂ ਇਸ ਸਾਰੀ ਪ੍ਰਕਿਰਿਆ ਨੂੰ ਦੇਖਦੇ ਹੋ? ਜਸਪੀਤ ਜੀ, ਮੇਰਾ ਖਿਆਲ ਹੈ ਕਿ ਗਵਰਨਮੈਂਟ ਨਾ ਓਵਰ ਰਿਐਕਟ ਕਰ ਰਹੀ ਹੈ। ਜੇ ਆਪਾਂ ਸਹੀ ਜ਼ਮੀਨ ਦੇ ਉੱਤੇ ਹਕੀਕਤ ਦੇਖੀਏ ਤਾਂ ਇਸ 2020 ਦੇ ਹੱਕ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਗਰਾਊਂਡ ਸਪੋਰਟ ਨਜ਼ਰ ਨਹੀਂ ਆ ਰਹੀ। ਹਾਂ, ਦੁਨੀਆ ਭਰ ਦੇ ਵਿੱਚ ਬੈਠੇ ਬਾਹਰਲੇ ਵਿਦੇਸ਼ਾਂ ਵਿੱਚ ਜਿਹੜੇ ਸਿੱਖ ਨੇ, ਹੋ ਸਕਦਾ ਇਸ ਦਾ ਕੈਂਪੇਨ ਕਰਦੇ, ਉਹ ਉਹਨਾਂ ਦਾ ਅਧਿਕਾਰ ਖੇਤਰ ਹੈਗਾ। ਆਪਾਂ ਕਿਸੇ ਨੂੰ ਆਜ਼ਾਦ ਕੰਟਰੀ 'ਚ ਰਹਿ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਦਾ ਆਪਾਂ ਉਹਨੂੰ ਰੋਕ ਨਹੀਂ ਸਕਦੇ। ਪਰ ਇੱਥੇ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿੱਦਾਂ ਪੈਨਿਕ ਸਟੇਟ 'ਚ ਹੁੰਦੀ ਨਾ, ਜਿੱਦਾਂ ਘਬਰਾਹਟ ਦੇ ਵਿੱਚ ਆਣ ਕੇ ਤੇ ਉਹ ਓਵਰ ਰਿਐਕਸ਼ਨ ਵਿੱਚ ਆਈ ਹੋਈ ਹੈ। ਮੈਂ ਵੀ ਦੇਖ ਰਿਹਾ ਇਹ ਪੰਜਾਬ ਨੂੰ ਜਿੱਦਾਂ ਛਾਉਣੀ ਬਣਾਇਆ ਗਿਆ, ਜਿੱਦਾਂ ਪੁਲਿਸ ਸਟੇਟ ਵੱਲ ਨੂੰ ਵੱਧ ਰਹੇ ਨੇ। ਔਰ ਜਿਹੜਾ ਤੁਸੀਂ ਜ਼ਿਕਰ ਕੀਤਾ ਮੇਰੇ ਹਲਕੇ ਦਾ, ਇਹ ਹੁਣੇ ਹੀ ਮੇਰੇ ਕੋਲ ਉਹ ਪਰਿਵਾਰ ਇੱਥੋਂ ਮਿਲ ਕੇ ਗਿਆ। ਇੱਥੇ 1.5 ਘੰਟਾ ਮੇਰੇ ਕੋਲ ਉਹਨਾਂ ਦੀਆਂ ਔਰਤਾਂ ਉਹ ਆਪਣਾ ਦੁੱਖੜਾ ਰੋ ਕੇ ਗਈਆਂ ਨੇ। ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜਾ ਨਵਾਂ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਇਆ ਸੀਗਾ ਯੂਆਪਾ, ਜਿਹੜਾ ਟਾਡਾ ਵਰਗਾ ਲਾਅ ਆ, ਬਹੁਤ ਸਖਤ ਕਾਨੂੰਨ ਬਣਾਇਆ ਜਿਹੜਾ ਉਹਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਮੈਂ ਪੜ੍ਹਿਆ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਕਿ ਅਸੀਂ 16 ਮੁਕੱਦਮੇ ਦਰਜ ਕੀਤੇ ਨੇ। ਅਗਰ ਤਾਂ ਭੁਲੱਥ ਵਾਲੇ ਬੰਦੇ ਜੋਗਿੰਦਰ ਸਿੰਘ, ਜਿਹੜਾ ਕਿ ਪਿੰਡ ਅਕਾਲੇ ਦਾ ਰਹਿਣ ਵਾਲਾ, ਜਿਹੜਾ 65 ਸਾਲ ਦਾ ਹਾਰਟ ਪੇਸ਼ੈਂਟ ਹੈ, ਜਿਹੜਾ ਕੋਰਾ ਅਨਪੜ੍ਹ ਆ, ਜੇ ਇਸ ਤਰ੍ਹਾਂ ਦੇ ਮੁਕੱਦਮੇ 16 ਦਰਜ ਕੀਤੇ ਨੇ ਤਾਂ ਇਹ ਟੋਟਲ ਵਿਕਟਮਾਈਜੇਸ਼ਨ, ਇਹ ਟੋਟਲ ਮਿਸਯੂਜ਼ ਆਫ ਲਾਅ ਆ। ਔਰ ਮੈਂ ਉਹਨਾਂ ਦੇ ਪਰਿਵਾਰ ਨੂੰ ਜਦੋਂ ਸੱਦਿਆ, ਇਹ ਬੇਸਿਕਲੀ ਜੋਗਿੰਦਰ ਸਿੰਘ ਇਟਲੀ ਰਹਿੰਦਾ ਸੀ ਕਾਫੀ ਸਾਲਾਂ ਤੋਂ। ਇਹਨੂੰ ਇਹਦੇ ਦੋਸਤ ਮਿੱਤਰ ਮੋਟੀਵੇਟ ਕਰਕੇ ਜਨੀਵਾ ਦੀ ਕਨਵੈਨਸ਼ਨ ਵਿੱਚ ਜ਼ਰੂਰ ਲੈ ਕੇ ਗਏ। ਜਨੀਵਾ ਦੀ ਕਨਵੈਨਸ਼ਨ ਵਿੱਚ ਇੱਕ ਮੇਅਰ ਸਪੈਕਟੇਟਰ ਨਹੀਂ ਹੁੰਦਾ, ਇੱਕ ਆਦਮੀ ਹਾਜ਼ਰੀ ਦੇ ਵਿੱਚ, ਉਸ ਜਿੰਨੀ ਵੀ ਆਡੀਅנס ਸੀਗੀ ਉਹਦੇ ਵਿੱਚ ਇੱਕ ਮਿਊਟ ਸਪੈਕਟੇਟਰ ਦੀ ਤਰ੍ਹਾਂ ਤੇ ਇੱਕ ਦਰਸ਼ਕ ਦੀ ਤਰ੍ਹਾਂ ਤੇ ਉੱਥੇ ਬੈਠਾ ਸੀਗਾ। ਇੱਕ ਤਾਂ ਉਹਦੇ ਤੇ ਇਹ ਇਲਜ਼ਾਮ ਲਾਤਾ। ਇੱਕ ਇਟਲੀ ਦੇ ਵਿੱਚ ਕੋਈ ਬਾਹਰੋਂ ਅਮਰੀਕਾ ਤੋਂ ਕੋਈ ਵਿਅਕਤੀ ਆਇਆ, ਜੋ ਇਹਨਾਂ ਨੇ ਦੱਸਿਆ, ਮੈਨੂੰ ਹੋ ਸਕਦਾ ਮੇਰੀ ਨਾਮ ਦੀ ਕਰੈਕਸ਼ਨ ਉਹ ਕਰ ਸਕਦੇ ਨੇ, ਕੋਈ ਅਵਤਾਰ ਸਿੰਘ ਪੰਨੂ, ਮੈਂ ਵੀ ਉਹਨਾਂ ਬਾਰੇ ਨਹੀਂ ਸੁਣਿਆ। ਉਹ ਜਿਹੜੇ ਮੇਨ SFG ਦਾ ਹੈੱਡ ਹੈ ਉਹ ਨਹੀਂ ਆਇਆ। ਇਹ ਕੋਈ ਹੋਰ ਵਿਅਕਤੀ ਆਇਆ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਹਿਤਾ ਕਿ ਜੋਗਿੰਦਰ ਸਿੰਘ ਤੂੰ ਇਹਨੂੰ ਸਰੂਪਾ ਪਾ ਦੇ ਬਈ। ਇੱਕ ਇਹਦੇ ਤੇ ਇਲਜ਼ਾਮ ਲਾਇਆ ਕਿ ਤੂੰ ਉੱਥੇ ਸਰੂਪਾ ਪਾਇਆ। ਤੀਸਰਾ ਇਲਜ਼ਾਮ ਉਹਦੇ ਤੇ ਲਾ ਰਹੇ ਨੇ ਕਿ ਤੂੰ 200 ਯੂਰੋ ਇਟਲੀ ਤੋਂ ਇੱਥੇ ਕਿਸੇ ਸੰਦੀਪ ਸਿੰਘ ਦੇ ਨਾਮ ਤੇ ਟਰਾਂਸਫਰ ਕੀਤਾ। ਇਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਬੰਦਾ ਕਿ ਟਰਾਂਸਫਰ ਕਰਨ ਵਾਲਾ ਵਿਅਕਤੀ ਕੋਈ ਹੋਰ ਸੀਗਾ। ਉਸਨੇ ਇਹਦਾ ਮੋਬਾਈਲ ਫੋਨ ਲੈ ਕੇ ਉਸ ਐਂਟਰੀ ਦੀ ਜਦੋਂ ਫੋਟੋ ਖਿੱਚੀ, ਉਹ ਫੋਟੋ ਇਹਦੀ ਫੋਟੋ ਗੈਲਰੀ ਦੇ ਵਿੱਚ ਰਹੇਗੀ। ਇਹ ਏਡਾ ਚੰਗਾ ਤਾਂ ਨਹੀਂ ਲੱਗਦਾ। ਇਹ ਏਡਾ ਸਾਦਾ ਤੇ ਅਣਜਾਣ ਬੰਦਾ ਵਾ ਕਿ ਇਹਨੇ ਅਗਰ ਇਹ ਹੁਸ਼ਿਆਰ ਹੁੰਦਾ ਤੇ ਆਪਣੀ ਉਹ ਗੈਲਰੀ 'ਚੋਂ ਫੋਟੋ ਡਿਲੀਟ ਕਰ ਦਿੰਦਾ। ਜਦੋਂ ਹੁਣ ਪੁਲਿਸ ਨੇ ਇਹਨੂੰ ਬੁਲਾਇਆ ਉਸ ਆਧਾਰ ਦੇ ਉੱਤੇ ਕਿ ਤੁਸੀਂ ਜਨੀਵਾ ਦੇ ਵਿੱਚ ਲਈ ਹਾਜ਼ਰੀ, ਤੂੰ ਉੱਥੇ ਸਰੂਪਾ ਦਿੱਤਾ ਅਵਤਾਰ ਸਿੰਘ ਪੰਨੂ ਨੂੰ, ਤੂੰ 2020 ਦਾ ਮੁਦਈ ਆ, ਤੂੰ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਤੋੜਨਾ ਚਾਹੁੰਦਾ, ਤੂੰ ਇੱਥੇ ਇੱਕ ਨਵੀਂ ਸੋਵਰਨ ਸਟੇਟ ਪੈਦਾ ਕਰਨਾ ਚਾਹੁੰਦਾ। ਤੇ ਜਦੋਂ ਉਹਦੀ ਪੁੱਛਗਿੱਛ ਕੀਤੀ ਤਾਂ ਉਹ ਇੱਕ 200 ਯੂਰੋ ਦੀ ਟਰਾਂਸਫਰ ਦਾ ਵੀ ਉਹਦੇ ਤੇ ਲਾਇਆ। ਉਸ ਵਿਅਕਤੀ ਨੂੰ ਇਹਨਾਂ ਨੇ ਯੂਆਪਾ ਲਾ ਕੇ ਗ੍ਰਿਫਤਾਰ ਕਰ ਲਿਆ। ਯਕੀਨ ਜਾਣਨਾ, ਮੈਂ ਇਹਨਾਂ ਨੂੰ, ਇਸ ਅਕਾਲੇ ਪਿੰਡ ਦੇ ਸਾਰੇ ਵਿਅਕਤੀਆਂ ਨੂੰ ਬਹੁਤ ਅਰਸੇ ਤੋਂ ਜਾਣਦਾ। ਉਹਨਾਂ ਦੀਆਂ ਔਰਤਾਂ ਆਈਆਂ ਸੀ, ਬਿਲਕੁਲ ਸਧਾਰਨ ਵਿਅਕਤੀ ਨੇ। ਆਈ ਕੈਨ ਵਾਊਚ
ਮੇਰਾ ਤਾਂ ਦਿਲ ਕਰਦਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਮਿਲਾਂ, ਅਗਰ ਮਿਲ ਜਾਣ ਤਾਂ, ਔਰ ਉਹਨਾਂ ਨੂੰ ਔਰਤਾਂ ਨੂੰ ਨਾਲ ਲੈ ਜਾਵਾਂ, ਤਾਂ ਅਮਰਿੰਦਰ ਸਿੰਘ ਨੂੰ 100% ਇਲਮ ਹੋ ਜਾਏਗਾ ਕਿ ਮੇਰੀ ਪੁਲਿਸ ਇਸ ਲਾਅ ਨੂੰ ਮਿਸਯੂਜ਼ ਕਰ ਰਹੀ। ਇਸੇ ਤਰ੍ਹਾਂ ਹੀ ਇੱਕ FIR ਦਰਜ ਕੀਤੀ ਆ ਅੰਮ੍ਰਿਤਸਰ ਤੋਂ ਸ਼ਾਇਦ, ਕਿ ਦਲਿਤਾਂ ਨੂੰ ਬੜਾ ਝੰਡਾ ਸੜਿਆ ਉੱਥੇ, ਤੇ ਦਲਿਤਾਂ ਨੂੰ ਬੜਾ ਇਹਦਾ ਰੋਸ ਪੈਦਾ ਹੋਇਆ। ਦੈਟ ਮੀਨਸ ਕਿ ਪੰਜਾਬ ਦੀ ਪੁਲਿਸ ਸ਼ਰਾਰਤ ਨਾਲ ਇੱਕ ਸੋਸ਼ਲ ਡਿਵਾਈਡ ਵੀ ਕ੍ਰੀਏਟ ਕਰ ਰਹੀ ਹੈ। ਔਰ ਉਸ FIR ਵਿੱਚ ਦੇਖਿਆ ਕਿ ਇਹਦੇ ਨਾਲ, ਇਸ ਤਰ੍ਹਾਂ ਦੇ ਹਰਕਤਾਂ ਦੇ ਨਾਲ ਪੰਜਾਬ ਦੀ ਜਿਹੜੀ ਸੋਸ਼ਲ ਇੰਬੈਲੈਂਸ ਜਾਂ ਸੋਸ਼ਲ ਬੈਲੈਂਸ ਖਰਾਬ ਹੋ ਸਕਦਾ ਵਾ। ਆਪ ਸਲਾਹ ਦੇ ਰਹੇ ਨੇ ਕਿ ਅਸੀਂ ਖਰਾਬ ਕਰ ਸਕਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਜਨੀਵਾ ਦੇ ਵਿੱਚ ਕੋਈ ਹਰਕਤ ਕਰਨ ਦੇ ਨਾਲ ਕਿਸੇ ਇੱਕ ਸਮੂਹ ਸਮਾਜ ਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਕੋਈ ਨਫ਼ਰਤ ਦੀ ਭਾਵਨਾ। ਔਰ ਤੀਜੀ ਇੱਕ ਹੋਰ ਸ਼ਰਾਰਤ ਮੈਂ ਜਿਹੜੀ ਨੋਟ ਕੀਤੀ ਆ, ਇੱਕ ਵਿਅਕਤੀ ਕੋਲੋਂ ਆਪ ਹੀ ਪਬਲਿਕ ਇੰਟਰਸਟ ਲਿਟੀਗੇਸ਼ਨ ਕਰਾ ਲਈ ਹਾਈ ਕੋਰਟ ਦੇ ਵਿੱਚ, ਪੰਜਾਬ ਹਰਿਆਣਾ ਹਾਈ ਕੋਰਟ, ਕਿ 2020 ਦੇ ਨਾਲ ਪੰਜਾਬ ਦੀ ਤੇ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਬਹੁਤ ਭਾਰੀ ਖਤਰਾ ਵਾ। ਤੇ ਹਾਈ ਕੋਰਟ ਵਿੱਚ ਜਾ ਕੇ ਆਪ ਹੀ ਗਵਰਨਮੈਂਟ ਨੇ ਬਿਆਨ ਦਿੱਤਾ ਕਿ ਅਸੀਂ 16 ਮੁਕੱਦਮੇ ਦਰਜ ਕਰਤੇ, 16 ਵਿੱਚ ਫਲਾਣੇ ਬੰਦੇ ਨਾਮਜ਼ਦ ਕਰਤੇ। ਜਿਹੜਾ ਮੇਨ ਆਦਮੀ ਕੈਂਪੇਨਰ ਆ, ਮਿਸਟਰ ਕੀ ਨਾਂ ਉਹਨਾਂ ਦਾ ਜੀ, ਪੰਨੂ, ਉਹਨਾਂ ਨੂੰ ਵੀ ਨਾਮਜ਼ਦ ਕਰਤਾ। ਤੇ ਇਸ ਕਰਕੇ ਹੁਣ ਅਸੀਂ ਸਿਚੁਏਸ਼ਨ ਜਿਹੜੀ, ਔਰ ਹਾਈ ਕੋਰਟ ਤੋਂ ਕੋਈ ਆਰਡਰ ਮੈਨੂਪੂਲੇਟ ਕਰਾ ਲਿਆ ਕਿ ਹਾਂਜੀ ਹੋਰ ਸਖਤੀ ਹੋਣੀ ਚਾਹੀਦੀ। ਦੇਖੋ ਮੇਰਾ ਇਹ ਮੰਨਣਾ ਵਾ ਕਿ ਕੀ ਕਹਿੰਦੇ ਹੁੰਦੇ ਆ ਕਿ ਗੁਨਾਹਗਾਰ ਹੋ ਸਕਦਾ ਵਾ ਕਈ ਬਚ ਜਾਣ, ਇੱਕ ਵੀ ਬੰਦਾ ਬੇਗੁਨਾਹ ਜਿਹੜਾ ਤੁਸੀਂ ਅਗਰ ਉਸ ਨੂੰ ਤੁਸੀਂ ਨਜਾਇਜ਼ ਕਿਸੇ ਕੇਸ 'ਚ ਫਸਾ ਦਿੰਦੇ, ਜਿੱਦਾਂ ਆਹ ਜਿਹੜਾ ਲਾਅ ਬਣਾਇਆ ਯੂਆਪਾ, ਹੋ ਸਕਦਾ ਇਹ ਜੋਗਿੰਦਰ ਸਿੰਘ ਅੰਦਰ ਹੀ ਮਰ ਜੇ, ਹਾਰਟ ਪੇਸ਼ੈਂਟ ਹੈ, ਇਹਦੇ 'ਚ ਇੰਨਾ ਦਮ ਥੋੜ੍ਹਾ ਹੈਗਾ ਕਿ ਇਹ ਕੋਈ, ਕਿਉਂਕਿ ਇਹ ਐਡਾ ਟਾਡਾ ਟਾਈਪ ਲਾਅ ਆ ਕਿ ਇਹਦੇ ਛੇਤੀ ਜੇ ਕਿ ਬੇਲ ਨਹੀਂ ਹੋਣੀ। ਇਹਦੇ 'ਚ ਸ਼ਾਇਦ ਮੇਰਾ ਖਿਆਲ ਹੈ ਕਿ ਚਲਾਨ ਜਿਹੜਾ ਨੋਰਮਲ ਕੋਰਸ ਵਿੱਚ, ਨੋਰਮਲ ਕੇਸਿਸ ਵਿੱਚ 60 ਦਿਨਾਂ 'ਚ ਤੁਸੀਂ ਚਲਾਨ ਪੇਸ਼ ਕਰ ਸਕਦੇ, ਇਹਦੇ 'ਚ ਮੈਨੂੰ ਪਤਾ ਲੱਗਿਆ ਕਿ 6 ਮਹੀਨੇ ਪੁਲਿਸ ਨੂੰ ਛੋਟ ਹੈ ਚਲਾਨ ਪੇਸ਼ ਕਰਨ ਦੀ। ਦੇਅਰਫੋਰ ਇਹ ਬੜਾ ਸਟ੍ਰਿੰਜੈਂਟ ਲਾਅ ਆ। ਔਰ ਪੰਜਾਬ ਵਰਗੀ ਸਟੇਟ ਵਿੱਚ ਅਮਰਿੰਦਰ ਸਿੰਘ ਨੂੰ ਬਹੁਤ ਧਿਆਨ ਦੇ ਨਾਲ ਕਿਸੇ ਵੀ ਬੇਗੁਨਾਹ ਨੂੰ, ਮੈਨੂੰ ਹੁਣ ਬਾਕੀ ਦੇਖੋ 16 FIR ਬਾਰੇ ਤਾਂ ਮੈਂ 15 ਬਾਰੇ ਨਹੀਂ ਜ਼ਿਕਰ ਕਰਦਾ, ਬਿਕੋਜ਼ ਆਈ ਡੂ ਨਾਟ ਹੈਵ ਦ ਫੈਕਟਸ, ਪਰ ਇਸ ਕੇਸ ਦੇ ਫੈਕਟਸ ਮੇਰੇ ਸਾਹਮਣੇ ਆਉਣ ਕਰਕੇ, ਪਿੰਡ ਦੀ ਸਾਰੀ ਸਮੂਹ ਪੰਚਾਇਤ ਆਉਣ ਕਰਕੇ, ਪਿੰਡ ਦੇ ਪਤਵੰਤੇ ਆਉਣ ਕਰਕੇ, ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਇਹ ਯੂਆਪਾ ਦਾ ਅਕਾਲੇ ਪਿੰਡ ਦੇ ਜੋਗਿੰਦਰ ਸਿੰਘ ਇਟਲੀ ਵਾਲੇ ਦੇ ਖਿਲਾਫ ਦੁਰਉਪਯੋਗ ਹੋਇਆ। ਇਹ ਸੁਖਪਾਲ ਖਹਿਰਾ ਹੋਰੀ ਆਪਣੇ ਹਲਕੇ ਦਾ ਬੰਦਾ ਆ, ਉਹਨੂੰ ਨਿੱਜੀ ਤੌਰ ਤੇ ਜਾਣਦੇ ਆ, ਇਸ ਦਾਅਵੇ ਨਾਲ ਕਹਿ ਰਿਹਾ ਹੈ, ਜਾਂ ਸੁਖਪਾਲ ਖਹਿਰਾ ਦੇ ਤੱਕ ਜਿਹੜੀ ਪੰਚਾਇਤ ਆਈ ਆ ਜਾਂ ਪਰਿਵਾਰਕ ਮੈਂਬਰ ਆ ਰਿਹਾ, ਜਿਹੜੇ ਦਾਅਵੇ ਉਹਨਾਂ ਨੇ ਕੀਤੇ ਉਹਨਾਂ ਦੇ ਆਧਾਰ ਤੇ ਕਹਿ ਰਿਹਾ? ਨਹੀਂ, ਇਹ ਮੈਨੂੰ ਇਹ ਵੀ ਆਧਾਰ ਆ। ਅਕਸਰ ਕਿਸੇ ਦਾ ਪਰਿਵਾਰ ਦਾ ਤੁਹਾਡੇ ਕੋਲ ਚੱਲ ਕੇ ਆਉਣਾ, ਪਿੰਡ ਦੀ ਪੰਚਾਇਤ ਦਾ ਆਣ ਕੇ ਆਪਣਾ ਦੁੱਖ ਰੋਣਾ, ਉਹਨਾਂ ਦੇ ਪਰਿਵਾਰਕ ਹਾਲਾਤ ਦੇਖਣੇ, ਉਸ ਬੰਦੇ ਦੀ ਇੰਟੈਲੈਕਚੁਅਲ ਲੈਵਲ ਦੇਖਣਾ। ਜਿਹੜਾ ਬੰਦਾ ਹੈ ਹੀ ਅਨਪੜ੍ਹ ਆ, ਜਿਹੜਾ 10 ਪਾਸ ਵੀ ਨਹੀਂ ਕੀਤਾ ਹੋਇਆ, ਉਹ ਕਿੱਡਾ ਕੁ ਜ਼ਿਆਦਾ ਇੱਕ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਗਿਆ। ਹੀ ਇਜ਼ ਅ ਹਾਰਟ ਪੇਸ਼ੈਂਟ। ਇਹ ਸਾਰੀਆਂ ਗੱਲਾਂ ਪ੍ਰੈਮਾ ਫੇਸ਼ੀ, ਆਫ ਕੋਰਸ ਇਨਵੈਸਟੀਗੇਟਿੰਗ ਏਜੰਸੀਆਂ ਨੇ, ਮੈਂ FIR ਵੀ ਪੜ੍ਹੀ ਆ ਜਿਹੜੀ ਇੱਥੋਂ ਦਰਜ ਕੀਤੀ ਗਈ, ਇੱਕ DSP ਵੱਲੋਂ ਹੀ ਪੜ੍ਹੀ ਗਈ ਕਿ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ। ਇਹ ਤੋਂ ਇਲਾਵਾ ਜਿਹੜਾ ਇੱਕ ਨਾ ਵਾਤਾਵਰਨ ਜਿਹਾ ਮੈਨੂੰ ਦੁੱਖ ਹੁੰਦਾ ਵਾ ਕਿ ਪੰਜਾਬ ਨੂੰ ਜਿੱਦਾਂ ਪੁਲਿਸ ਸਟੇਟ ਟਾਈਪ ਬਣਾ ਰਿਹਾ। ਹਰ ਤੁਸੀਂ ਦੇਖੋਗੇ ਹਫ਼ਤੇ ਕੁ ਬਾਅਦ ਇੱਕ ਨਾ ਇੱਕ ਆ ਜਾਂਦੀ ਖਬਰ, DGP ਵੱਲੋਂ ਪ੍ਰੈਸ ਰਿਲੀਜ਼ ਹੁੰਦੀ ਕਿ ਅਸੀਂ ਫਲਾਨਾ ਖਾਲਿਸਤਾਨ ਦਾ ਮੋਡਿਊਲ ਬਸਟ ਕਰਤਾ। ਅਸੀਂ ਕਦੀ ਤਰਨਤਾਰਨ ਤੋਂ ਪਲਾਂਟ ਹੋ ਗਏ, ਕਦੀ ਅੰਮ੍ਰਿਤਸਰ ਤੋਂ ਰਿਪੋਰਟ ਆ ਰਹੀ ਆ, ਕਦੀ ਵੱਖ-ਵੱਖ ਸਾਰੇ ਜ਼ਿਲ੍ਹਿਆਂ 'ਚੋਂ। ਮੈਨੂੰ ਤਾਂ ਐਂ ਲੱਗਦਾ ਜਿੱਦਾਂ ਕਿ ਇੱਕ ਨਾ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ, ਜਿੱਦਾਂ ਇੱਕ ਕਿਸੇ ਕਮਿਊਨਿਟੀ ਨੂੰ ਆਪਾਂ ਐਜ਼ ਪੇਂਟ ਕਰਨਾ ਕਿ ਇਹ ਸਾਰੇ ਵੱਖਵਾਦੀ ਨੇ, ਅੱਤਵਾਦੀ ਨੇ, ਇੱਦਾਂ ਨਹੀਂ ਗਏ। ਅੱਛਾ, ਇਹ ਤੁਸੀਂ ਕਹਿੰਦੇ ਕਿ ਗਿਣੀ ਮਿੱਥੀ ਸਾਜ਼ਿਸ਼ ਹੈ। ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਵੀ DGP ਸਾਹਿਬ ਦਾ ਬਿਆਨ ਦੇਖ ਸਕਦੇ ਕਿ ਉੱਥੋਂ 6 ਘੰਟਿਆਂ ਦੇ ਵਿੱਚ ਹੀ ਆਣ ਕੇ ਕੁਝ ਦਾ ਕੁਝ ਬਣ ਸਕਦਾ ਜਿਹੜਾ ਆਉਂਦਾ ਆ। ਇਹ ਸਾਜ਼ਿਸ਼ ਕਰ ਕੌਣ ਰਿਹਾ ਹੈ? ਕੀ ਲੱਗਦਾ ਤੁਹਾਨੂੰ ਪੰਜਾਬ ਦੀ ਗਵਰਨਮੈਂਟ ਕਰ ਰਹੀ ਹੈ, ਜਾਂ ਪੰਜਾਬ ਦੀ ਗਵਰਨਮੈਂਟ ਦੇ ਜ਼ਰੀਏ ਕੇਂਦਰ ਦੀ ਸਰਕਾਰ ਕੁਝ ਕਰ ਰਹੀ ਹੈ? ਖਿਆਲ ਹੈ ਕਿ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਏਜੰਸੀਜ਼ ਨੇ, ਇਹ ਉਹਨਾਂ ਦੀ ਬਹੁਤ ਡੀਪ ਰੂਟਡ ਕੋਈ ਪਲੈਨਿੰਗ ਹੈਗੀ ਆ ਕਿ ਕਿਸ ਤਰ੍ਹਾਂ ਅਸੀਂ ਇੱਕ ਕੌਨਸਟੈਂਟਲੀ ਇੱਕ ਮਾਹੌਲ ਬਣਾਈ ਰੱਖਣਾ ਕਿ ਪੰਜਾਬ ਦੇ ਵਿੱਚ ਬਹੁਤ ਕੀ ਕਹਿੰਦੇ ਟੈਰਰਿਸਟ ਐਕਟੀਵਿਟੀਜ਼ ਹੋ ਰਹੀਆਂ, ਬਹੁਤ ਐਕਸਪਲੋਸਿਵ ਮਿਲ ਰਹੇ ਨੇ, ਬਹੁਤ ਲੋਕ ਖਾਲਿਸਤਾਨ ਦੇ ਪੱਖ ਦੇ ਵਿੱਚ ਕੀ ਕਹਿੰਦੇ ਆ ਕਿ ਮੰਗ ਉਠਾ ਰਹੇ ਨੇ। ਹੋ ਸਕਦਾ ਕਿ ਦੇਸ਼ ਦੀ ਪੋਲੀਟਿਕਸ ਨੂੰ ਬੈਲੈਂਸ ਕਰ ਲਈ, ਜਿੱਦਾਂ ਹੁਣ ਗਵਰਨਮੈਂਟ ਆਫ ਇੰਡੀਆ ਚਾਈਨਾ ਦੇ ਬਹੁਤ ਬੁਰੀ ਤਰ੍ਹਾਂ ਅਟੈਕ 'ਚ, ਔਰ ਮੋਦੀ ਸਾਹਿਬ ਭਾਵੇਂ ਜੋ ਮਰਜ਼ੀ ਕਹੀ ਜਾਣ, ਉਹ ਜਿਹੜਾ ਉਹਨਾਂ ਦਾ ਬਿਆਨ ਸੀਗਾ ਕਿ ਚਾਈਨਾ ਤਾਂ ਸਾਡੀ ਟੈਰੀਟਰੀ ਵਿੱਚ ਆਇਆ ਹੀ ਨਹੀਂ, ਉਹ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੋਈ ਜਦੋਂ ਗੂਗਲ ਦੀਆਂ ਫੋਟੋਜ਼ ਰਿਸਰਚ ਕਰਕੇ ਸਾਰੇ ਮੀਡੀਆ ਨੇ ਦਿਖਾਤਾ ਕਿ ਚਾਈਨਾ ਤਾਂ ਆਪਣੀ ਟੈਰੀਟਰੀ ਵਿੱਚ ਲਦਾਖ ਦੇ ਵਾਲੇ ਇਲਾਕੇ 'ਚ
ਅੱਧਾ ਕਿਲੋਮੀਟਰ ਅੰਦਰ ਆਣ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਕੀਤੀ ਹੋਈ ਆ, ਬਣਾਏ ਹੋਏ ਨੇ ਬੰਕਰ ਬਣਾਏ ਨੇ, ਟੈਂਟਸ ਲਾਏ ਨੇ, ਉਹਨਾਂ ਨੇ ਸ਼ਾਇਦ ਗਿਣਾ ਵੀ ਦਿੱਤਾ ਕਿ 200 ਦੇ ਕਰੀਬ ਟਰੱਕ ਖੜਾ ਗੂਗਲ ਤੋਂ ਗਿਣਾਤਾ। ਹੋ ਸਕਦਾ ਕਿ ਉਸ ਗੱਲ ਤੋਂ ਅਟੈਂਸ਼ਨ ਡਾਇਵਰਟ ਕਰਨ ਲਈ ਤੇ ਦੇਸ਼ ਨੂੰ ਇੱਕ ਵਾਰ ਨਵਾਂ ਫਿਰ ਹਊਆ ਖੜਾ ਕਰਨ ਵਾਸਤੇ ਕਿ ਬਚ ਜਾਓ, ਦੇਸ਼ ਨੂੰ ਫਲਾਣੇ ਜਿਹੜੀਆਂ ਫੋਰਸਿਸ ਨੇ ਉਹ ਤੋੜ ਕੇ ਪੰਜਾਬ ਨੂੰ ਉਹ ਖਾਲਿਸਤਾਨ ਬਣਾਉਣ ਲੱਗੇ ਨੇ। ਅਸਲੀਅਤ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਅੱਜ ਦੀ ਡੇਟ ਵਿੱਚ ਗਰਾਊਂਡ 'ਤੇ ਕੋਈ ਇਸ ਤਰ੍ਹਾਂ ਦੀ ਪੋਪੂਲਰ ਸਪੋਰਟ ਨਹੀਂ, ਬਟ ਜਿੱਦਾਂ ਦਾ ਇਹ ਇੱਕ ਰਵੱਈਆ ਅਖਤਿਆਰ ਕਰ ਰਹੇ ਨੇ, ਇਹ ਆਉਣ ਵਾਲੇ ਸਮੇਂ ਵਿੱਚ ਆਪੇ ਭਾਵਾਂ ਕੋਈ ਇੱਦਾਂ ਦੀ ਸਿਚੁਏਸ਼ਨ ਬਣਾਉਣ। ਔਰ ਜਦੋਂ ਤੁਸੀਂ ਕਿਸੇ ਨੂੰ ਵਿਕਟਮਾਈਜ਼ ਕਰਦੇ ਹੋ, ਦੇਖੋ ਜਦ ਵੀ ਤੁਸੀਂ ਕਿਸੇ 'ਤੇ ਬੇਲੋੜਾ ਜ਼ੁਲਮ ਕਰੋਗੇ, ਆਪਣਾ ਤਾਂ ਇਤਿਹਾਸ ਆ, ਸਾਡੇ 'ਤੇ ਮੁਗਲਾਂ ਨੇ, ਦੁਰਾਨੀਆਂ ਅਤੇ ਅਬਦਾਲੀਆਂ ਨੇ ਜੋ ਘੱਲੂਘਾਰੇ ਕੀਤੇ, ਇਹ ਸਾਰਾ ਕੁਝ ਰਿਐਕਸ਼ਨ, ਜਦੋਂ ਤੁਸੀਂ ਕੋਈ ਬਹੁਤ ਸਿਵੀਅਰ ਐਕਸ਼ਨ ਕਰਦੇ ਹੋ ਫਿਰ ਉਹਦੇ ਵਿਰੋਧ ਵਿੱਚ ਕੋਈ ਨਾ ਕੋਈ ਰਿਐਕਸ਼ਨ ਹੁੰਦਾ। ਇਹ ਇੱਦਾਂ ਦੀ ਮੂਰਖਤਾ ਹੀ ਨਾ ਆਪ ਭਾਵਾਂ ਕੋਈ ਗਲਤੀ ਕਰਾ ਲੈਣ। ਅੱਛਾ, ਇੱਕ ਚੀਜ਼ ਜ਼ਰੂਰ ਹੈ, ਤੁਸੀਂ ਕਹਿੰਦੇ ਕਿ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ। ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਮੁਲਕ ਦੀ ਏਕਤਾ, ਅਖੰਡਤਾ ਤੇ ਪ੍ਰਭੂ ਸੱਤਾ ਦੇ ਉੱਤੇ ਸਿੱਧੇ ਤੌਰ ਤੇ ਹੱਲਾ ਆ, ਇਹਦੇ ਨਾਲ ਮਾਹੌਲ ਵਿਗੜ ਸਕਦਾ, ਇਸ ਕਰਕੇ ਇਹ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ। ਤੇ ਫਿਰ ਉਂਗਲ ਦੋਨੋਂ ਧਿਰਾਂ ਇੱਕ ਦੂਜੇ ਵੱਲ ਉਠਾ ਰਹੀਆਂ ਨੇ। ਹੱਲ ਕੀ ਹੈ ਇਹਦਾ? ਕਿਹੜੇ ਪਾਸੇ ਜਾ ਕੇ ਗੱਲ ਨੇਪਰੇ ਚੜ੍ਹ ਸਕਦੀ? ਤੁਹਾਡੇ ਪੁਰਾਣੇ ਸਾਥੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਤਾਂ ਕਿਹਾ ਕਿ ਭਾਈ ਹਰ ਗੱਲ ਟੇਬਲ ਤੇ ਆਣ ਕੇ ਨਿਬੜਦੀ ਆ, ਤੇ ਕਿਉਂ ਨਾ ਗੁਰਪਤਵੰਤ ਪੰਨੂ ਦੀ ਵੀ ਗੱਲ ਸੁਣ ਲਈ ਜਾਵੇ, ਸਰਕਾਰ ਗੱਲ ਕਰ ਲਵੇ, ਜਿਹੜੇ ਉਹਦੇ ਨੁਕਤੇ ਉਹ ਸੁਣ ਲੈਣ ਤੇ ਸਰਕਾਰ ਜਿਹੜੇ ਆ ਉਹ ਨੁਕਤੇ ਆਪਣੇ ਆ ਉਹਦੇ ਰੱਖ, ਇੱਦਾਂ ਗੱਲ ਹੱਲ ਕਰ ਲਈ ਜਾਵੇ। ਮੈਂ ਇਸ ਤਰ੍ਹਾਂ ਦਾ ਕੋਈ ਸੁਝਾਅ ਦੇਣ ਵਾਲਾ ਕਿਸੇ ਕੈਪੈਸਿਟੀ 'ਚ ਨਹੀਂਗਾ, ਪਰ ਤੁਸੀਂ ਗੱਲ ਕੀਤੀ ਕਿ ਇਹ ਜਿਹੜਾ ਇੱਕ ਲੰਬੇ ਸਮੇਂ ਤੋਂ ਇੱਕ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਜਿਹੜਾ ਬਦਨਾਮ ਜਿਹਾ ਕੀਤਾ ਜਾ ਰਿਹਾ, ਦਿਸ ਇਜ਼ ਅਨਫੋਰਚੂਨੇਟ। ਔਰ ਜਿਹੜਾ ਤੁਸੀਂ ਦਿਨਕਰ ਗੁਪਤੇ ਦੀ ਜ਼ਿਕਰ ਕੀਤੀ ਹੈ, ਇਹਨਾਂ ਦਾ ਜਿਹੜਾ ਉਹ ਸਟੇਟਮੈਂਟ ਸੀਗੀ, ਇਹ ਇਹਨਾਂ ਦਾ ਮਾਈਂਡਸੈਟ ਦੱਸ ਰਿਹਾ ਵਾ ਕਿ ਜਿਹੜੇ ਸਿੱਖ ਸ਼ਰਧਾਲੂ ਜਾਂਦੇ ਨੇ ਕਰਤਾਰਪੁਰ ਸਾਹਿਬ ਕੋਰੀਡੋਰ, ਇਹਨਾਂ ਨੂੰ ਪਾਕਿਸਤਾਨ 6 ਘੰਟਿਆਂ ਦੀ ਟ੍ਰੇਨਿੰਗ ਦੇ ਕੇ ਅੱਤਵਾਦੀ ਬਣਾ ਕੇ ਭੇਜ ਸਕਦਾ। ਸੀ ਇਜ਼ ਮਾਈਂਡਸੈਟ, ਇਹ ਮਾਈਂਡਸੈਟ ਦੀ ਮੈਂ ਗੱਲ ਕਰਦਾ, ਮਾਨਸਿਕਤਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਿਹੜੀਆਂ 16 FIRs ਹੋਈਆਂ ਨਾ, ਦੇਖੋ ਮੈਂ ਜੋਗਿੰਦਰ ਸਿੰਘ ਮੁਤਲਕ ਤਾਂ ਦਾਅਵੇ ਨਾਲ ਤੁਹਾਨੂੰ ਕਹਿ ਰਿਹਾ ਨਾ ਕਿ ਇਹ ਅਗਰ ਜੋਗਿੰਦਰ ਸਿੰਘ ਦੀ ਇਹ ਬਿਲਕੁਲ ਵਿਕਟਮਾਈਜੇਸ਼ਨ ਆ ਤੇ ਇੱਕ ਬੇਗੁਨਾਹ ਬੰਦੇ ਨੂੰ ਫਸਾਇਆ ਜਾ ਰਿਹਾ ਵਾ, ਹੋ ਸਕਦਾ ਬਾਕੀ 15 ਵੀ ਇੱਦਾਂ। ਹੁਣ ਅਮਰਿੰਦਰ ਸਿੰਘ ਜੀ ਨੂੰ ਆਪ ਕੋਕ ਕਰਨੀ ਚਾਹੀਦੀ ਪਰਸਨਲ ਇੰਟਰਸਟ ਲੈ ਕੇ, ਬਿਕੋਜ਼ ਲੈਟ ਮੀ ਟੈਲ ਯੂ ਵਨ ਥਿੰਗ, ਅਗਰ ਇਹਨਾਂ 'ਚੋਂ ਕੋਈ ਵੀ ਆਦਮੀ ਬੇਗੁਨਾਹ ਜੇਲ੍ਹ 'ਚ ਸੁੱਟਤਾ, ਸੜ ਗਿਆ, ਮਰ ਗਿਆ, ਉਸ ਦੀ ਜਾਨ ਦਾ ਜਿਹੜਾ ਕੀ ਕਹਿੰਦੇ ਹੁੰਦੇ ਆ ਕਿ ਜ਼ਿੰਮੇਵਾਰੀ ਜਿਹੜੀ ਅਮਰਿੰਦਰ ਸਿੰਘ 'ਤੇ ਆਉਣੀ, ਕਿਸੇ ਦਿਨਕਰ ਗੁਪਤੇ 'ਤੇ ਨਹੀਂ ਆਉਣੀ। ਉਹਨਾਂ ਦਾ ਮੋਢੇ ਝਾੜ ਕੇ ਪਰਲੇ ਚੱਲ ਜਾਣਾ, ਉਹਨਾਂ ਦਾ ਦਿੱਲੀ ਚੱਲ ਜਾਣਾ, ਕਿਸੇ ਹੋਰ ਜਗ੍ਹਾ। ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਲੋਕਾਂ ਨੇ ਉਹਨੂੰ ਚੀਫ ਮਿਨਿਸਟਰ ਦੀ ਕੁਰਸੀ 'ਤੇ ਬਿਠਾਇਆ ਹੋਇਆ। ਔਰ ਮੈਨੂੰ ਨਾਲ ਕਹਿਣਾ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਕਿਉਂ ਆ? ਮਤਲਬ ਸ਼੍ਰੋਮਣੀ ਅਕਾਲੀ ਦਲ ਦੇਸ਼ ਭਗਤੀ ਦਾ ਹੀ ਹਲੇ ਸਬੂਤ ਦੇਣ 'ਤੇ ਲੱਗਾ ਹੋਇਆ। ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ, ਅਸੀਂ ਕਦੋਂ ਕਹਿੰਦੇ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨਹੀਂ ਬਰਕਰਾਰ ਹੋਣੀ ਚਾਹੀਦੀ? ਪਰ ਜੋ ਪੰਜਾਬੀਆਂ ਨੇ ਇਸ ਦੇਸ਼ ਵਾਸਤੇ ਜਿੰਨੀਆਂ ਕੁਰਬਾਨੀਆਂ ਕੀਤੀਆਂ, ਹਲੇ ਵੀ ਸਾਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਪੈ ਰਿਹਾ ਵਾ। ਅਸੀਂ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆ ਗਏ, ਅਸੀਂ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ, ਅਸੀਂ ਆਪਣਾ ਪੰਜਾਬ ਦੇ ਵਿੱਚ ਅਨਾਜ ਪੈਦਾ ਕਰਕੇ ਇੰਡੀਆ ਨੂੰ ਸੈਲਫ ਸਫੀਸ਼ੀਐਂਟ ਬਣਾਇਆ ਫੂਡ ਵਿੱਚ, ਅਸੀਂ ਬਾਰਡਰਾਂ ਦੇ ਉੱਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਹੁਣੇ ਚੀਨ ਨਾਲ ਜਿਹੜਾ ਟਕਰਾਅ ਹੋਇਆ ਉਹਦੇ 'ਚ 20 ਬੰਦੇ ਮਰੇ ਨੇ, ਉਹਦੇ 'ਚੋਂ 4 ਤਾਂ ਪੰਜਾਬ ਦੇ ਨੇ। 2% ਆਬਾਦੀ ਵਾਲੇ 20% ਕੁਰਬਾਨੀ ਦੇ ਰਹੇ ਨੇ, ਹਾਲੇ ਵੀ ਸਾਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਪੈ ਰਿਹਾ। ਦਿਸ ਇਜ਼ ਅਨਫੋਰਚੂਨੇਟ। ਔਰ ਜਿਸ ਤਰ੍ਹਾਂ ਦੇ ਨਾਲ ਮੈਂ ਇੱਕ ਬੰਦੇ ਦਾ ਮੈਂ ਤੁਹਾਨੂੰ ਕਹਿ ਰਿਹਾ ਵਾਂ, ਅਗਰ ਇਸ ਤਰ੍ਹਾਂ ਇਹ ਵਿਕਟਮਾਈਜ਼ ਕਰਨਗੇ ਤਾਂ ਇਹ ਸਰਾਸਰ ਗਲਤ ਹੈਗਾ। ਅੱਛਾ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ, ਅਕਸਰ ਜ਼ਿਕਰ ਚੱਲਦਾ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਦੀ ਪਛਾਣ ਨੂੰ ਲੈ ਕੇ ਜਿਹੜੇ ਮਸਲੇ ਖੜੇ ਹੁੰਦੇ ਆ, ਇਹ ਦਾਅਵੇ ਕੀਤੇ ਜਾਂਦੇ ਕਿ ਉਹਨਾਂ ਨੂੰ ਅਸੀਂ ਸਿੱਖ ਲਿਟਰੇਚਰ ਦੇ ਰਹੇ ਹਾਂ, ਬੁਕਲੇਟਸ ਛਾਪ ਕੇ ਉਹਨਾਂ ਦੀਆਂ ਐਮਬੈਸੀਆਂ ਤੱਕ ਪਹੁੰਚਾ ਰਹੇ ਹਾਂ ਕਿ ਸਿੱਖ ਦੀ ਪਛਾਣ ਨੂੰ ਲੈ ਕੇ ਕਿਸੇ ਕਿਸਮ ਦਾ ਭੁਲੇਖਾ ਨਾ ਹੋਵੇ ਤੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਤੇ ਹੁਣ ਜਦੋਂ ਆਪਣੇ ਮੁਲਕ ਦੇ ਵਿੱਚ ਹੀ ਕਿਸੇ ਹੋਰ ਤਰੀਕੇ ਨਾਲ ਪੋਰਟਰੇਟ ਕੀਤਾ ਜਾ ਰਿਹਾ ਸਿੱਖ ਨੂੰ, ਲੱਗਦਾ ਨਹੀਂ ਹੈ ਕਿ ਪਹਿਲਾਂ ਆਪਣੀ ਸਰਕਾਰ ਦੇ ਜਿਹਦੇ ਵਿੱਚ ਭਾਈਵਾਲੀ ਹੈਗੀ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਪਏਗਾ ਕਿ ਸਿੱਖ ਦਾ ਕਿਰਦਾਰ ਹੈ ਕੀ ਹੈ? ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦਾ ਬੇਸਿਕ ਇਹ ਸਾਡੀ ਜ਼ਿੰਮੇਵਾਰੀ ਨਹੀਂ ਗੀ। ਮੈਂ ਤਾਂ ਐਜ਼ ਜਸਟ ਬਿਕੋਜ਼ ਮੇਰੀ ਕੌਨਸ਼ੀਅਸ ਅਲਾਓ ਨਹੀਂ ਕਰਦੀ ਕਿ ਅਗਰ ਕੋਈ ਗਲਤ ਕੰਮ ਹੋ ਗਿਆ ਤਾਂ ਮੈਂ ਚੁੱਪ ਕਰਕੇ ਬੈਠਾ ਰਵਾਂ। ਇਹ ਬੇਸਿਕ ਰਿਸਪੌਂਸਿਬਿਲਿਟੀ ਸ਼੍ਰੋਮਣੀ ਅਕਾਲੀ ਦਲ ਦੀ ਆ, ਜਿਹਦੇ ਕੋਲ SGPC ਆ, ਜਿਨ੍ਹਾਂ ਦੇ ਕਹਿਣ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਦੇ ਨੇ, ਜਿਨ੍ਹਾਂ ਦੇ ਕੋਲ ਇੱਕ ਸਿਸਟਮੈਟਿਕ ਮਾਈਨੋਰਿਟੀਜ਼ ਦੀ ਡਿਫੈਂਸ ਵਾਸਤੇ ਮੈਕੈਨਿਜ਼ਮ ਆ। ਇਹ ਰਿਸਪੌਂਸਿਬਿਲਿਟੀ ਸੁਖਬੀਰ ਬਾਦਲ ਦੀ ਸੀਗੀ।
ਉਹਨੂੰ ਆ 16 ਦੀਆਂ 16 FIR ਬਾਰੇ ਚੰਗੀ ਤਰ੍ਹਾਂ ਕਿਸੇ ਬਿਹਤਰੀਨ ਇਨਕੁਆਇਰੀ ਟੀਮ ਲਾ ਕੇ ਆਪਣੀ ਪਾਰਟੀ ਦੀ SGPC ਦੀ ਇਹਨੂੰ ਘੋਖ ਕਰਾਉਣੀ ਚਾਹੀਦੀ ਆ। ਔਰ ਅਗਰ ਬੰਦੇ ਬੇਗੁਨਾਹ ਨੇ ਦੈਨ ਦੇ ਸ਼ੁੱਡ ਕਮ ਫਾਰਵਰਡ ਐਂਡ ਮੇਕ ਅ ਡਿਫੈਂਸ, ਭਾਵੇਂ ਉਹ ਮੋਦੀ ਨੂੰ ਜਾ ਕੇ ਮਿਲ ਕੇ ਅੱਛੀ ਤਰ੍ਹਾਂ ਸਮਝਾਉਣ, ਚਾਹੇ ਉਹ ਅੱਛੇ ਵੱਡੇ ਵਕੀਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਚੰਗੇ ਵੱਡੇ ਕ੍ਰਿਮੀਨਲ ਲਾਇਰਸ ਕਰਕੇ ਇਸ ਸਾਰੀ ਜਿਹੜੀ ਬਦਨਾਮੀ ਦੀ ਇੱਕ ਸਾਡੇ ਤੇ ਅਟੈਂਪਟ ਹੋ ਰਿਹਾ ਵਾ ਇਸ ਨੂੰ ਵਾਈਟ ਵਾਸ਼ ਕਰਨ। ਹਾਂ, ਮੈਂ ਨਹੀਂ ਕਹਿੰਦਾ ਕਿ ਉਹ ਕਿਸੇ ਰੈਫਰੈਂਡਮ ਦੀ ਮਦਦ ਕਰਨ, ਨੋ, ਬਟ ਘੱਟੋ ਘੱਟ ਜਿਹੜੇ ਐਜ਼ ਅ ਕਮਿਊਨਿਟੀ ਸਾਡੇ ਤੇ ਜਿਹੜਾ ਧੱਬਾ ਲਾਇਆ ਜਾ ਰਿਹਾ ਕਿ ਅਸੀਂ ਸਾਰੇ ਜਿੱਦਾਂ ਵੱਖਵਾਦੀ ਹਾਂ, ਅਸੀਂ ਸਾਰੇ ਕੋਈ ਟੈਰਰਿਸਟ ਹੈ, ਦਿਸ ਇਜ਼ ਵੈਰੀ ਅਨਕਾਲਡ ਫॉर, ਦਿਸ ਇਜ਼ ਵੈਰੀ ਅਨਫੋਰਚੂਨੇਟ। ਔਰ ਸ਼੍ਰੋਮਣੀ ਅਕਾਲੀ ਦਲ ਦਾ ਚੁੱਪ ਰਹਿਣਾ, ਉਲਟਾ BJP ਦੀ ਸਪੋਰਟ ਕਰਨਾ, ਇਹ ਬਹੁਤ ਦੁਖਦਾਈ ਆ ਔਰ ਉਹਨਾਂ ਵਾਸਤੇ ਬਹੁਤ ਘਾਤਕ ਸਿੱਧ ਹੋਵੇਗਾ, ਬਹੁਤ ਘਾਤਕ ਸਿੱਧ ਹੋਵੇਗਾ। ਕੱਲਾ ਰੈਫਰੈਂਡਮ ਨਹੀਂ, ਪੰਜਾਬ ਦੇ ਹੋਰ ਬਹੁਤ ਸਾਰੇ ਮਸਲੇ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਹੇ ਆ। ਚਾਹੇ 3 ਆਰਡੀਨੈਂਸ ਜਿਹੜੇ ਲੈ ਕੇ ਆਂਦੇ ਉਹਨਾਂ ਦੀ ਗੱਲ ਕਰ ਲਈਏ, ਬਿਜਲੀ ਸੋਧ ਬਿੱਲ ਦੀ ਗੱਲ ਕਰ ਲਈ ਜਾਵੇ, ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੀ ਗੱਲ ਕਰ ਲਈ ਜਾਵੇ, ਸੰਘੀ ਢਾਂਚੇ ਦੇ ਉੱਤੇ ਬਾਰ-ਬਾਰ ਕਿਹਾ ਜਾ ਰਿਹਾ ਕਿ ਹੱਲਾ ਬੋਲਿਆ ਜਾ ਰਿਹਾ, ਉਹਦੀ ਗੱਲ ਕਰ ਲਈਏ। ਉਹਨਾਂ ਸਾਰਿਆਂ ਦੇ ਵਿੱਚ ਲੱਗਦਾ ਹੈ ਕਿ ਅਕਾਲੀ ਦਲ ਦੀ ਜਿਹੜੀ ਭੂਮਿਕਾ ਹੋਣੀ ਚਾਹੀਦੀ ਸੀ ਉਹ ਨਹੀਂ ਨਿਭਾ ਰਿਹਾ। ਨਹੀਂ, ਅਕਾਲੀ ਦਲ ਤਾਂ 100% ਮਤਲਬ ਤੁਸੀਂ ਦੇਖੋ, ਜੋ ਪਹਿਲਾਂ ਤੁਸੀਂ ਫੈਡਰਲਿਜ਼ਮ ਦੀ ਗੱਲ ਕਰ ਲਈਏ, ਆਹ ਜਿਹੜੇ 3 ਆਰਡੀਨੈਂਸ ਆਏ ਨੇ ਇਹ ਸਰਾਸਰ ਕਿਸਾਨ ਵਿਰੋਧੀ ਨੇ, ਇਹ ਸਰਾਸਰ ਸੂਬਿਆਂ ਦੇ ਆਟੋਨਮੀ ਦੇ ਉੱਤੇ ਪੂਰਾ ਸਿੱਧਾ ਡਾਕਾ ਵਾ। ਜਿੱਦਾਂ ਉਹਨਾਂ ਨੇ ਫਰਜ਼ ਕਰੋ APMC ਐਕਟ ਅਬੋਲਿਸ਼ ਕਰਤਾ ਗਵਰਨਮੈਂਟ ਆਫ ਇੰਡੀਆ ਨੇ, ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਸੀਗਾ, ਜਿਹਦੇ ਕਰਕੇ ਸਾਡੇ ਮੰਡੀ ਬੋਰਡ ਨੂੰ ਸੈਂਕੜੇ ਕਰੋੜ ਰੁਪਇਆ ਕਣਕ ਤੇ ਝੋਨੇ ਦੀ ਪ੍ਰੋਕਿਉਰਮੈਂਟ ਵਿੱਚੋਂ ਸਾਡੇ ਕੋਲ ਪੈਸੇ ਆਉਂਦੇ ਸੀਗੇ। ਉਹਨਾਂ ਨੇ ਸਾਡੇ ਕੋਲ ਵੀ ਅਧਿਕਾਰ ਖੋਲਿਆ। ਇਹ ਸੈਂਕੜੇ ਕਰੋੜ ਹੁਣ ਤਾਕਤਵਰ ਜਿਹੜੇ ਅੰਬਾਨੀ ਟਾਈਪ, ਅਡਾਨੀ ਟਾਈਪ ਕਾਰਪੋਰੇਟ ਘਰਾਣੇ ਆ, ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਖੇਤੀ ਦੇ ਵਿੱਚ ਖਰੀਦੋ ਫਰੋਖਤ 'ਚ ਵਾੜਤਾ, ਇਹ ਸਾਰੇ ਪੈਸੇ ਉਹਨਾਂ ਦੇ ਕੋਲ ਜਾਣਗੇ। ਇਹਦੇ ਨਾਲੋਂ ਜ਼ਿਆਦਾ ਵੱਡਾ ਸੂਬੇ ਦੇ ਹਕੂਕਾਂ ਤੇ ਡਾਕਾ ਕੀ ਹੋ ਸਕਦਾ ਸੀਗਾ? ਅਕਾਲੀ ਦਲ ਜਿਹੜਾ ਵਾ ਉਹ ਅਲਟੀਮੇਟਲੀ BJP ਦੀ ਸਪੋਰਟ ਕਰ ਰਿਹਾ। ਆ ਜਿਹੜਾ ਆ ਰਿਹਾ ਵਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020, ਇਹਦੇ ਵਿੱਚ ਕੀ ਕਰ ਰਹੀ ਹੈ ਗਵਰਨਮੈਂਟ ਕਹਿੰਦੀ ਕਿ ਹੁਣ ਅੱਗੇ ਤੋਂ ਜਿੰਨਾ ਵੀ ਪਾਵਰ ਸੈਕਟਰ ਵਿੱਚ ਸਾਰੀ ਸਟੇਟਾਂ ਵਿੱਚ ਰੈਗੂਲੇਟਰਸ ਅਪਾਇੰਟ ਕਰਨੇ ਹੋਣਗੇ, ਉਹ ਸਾਡੀ ਕਮੇਟੀ ਰੈਗੂਲੇਟਰਸ ਅਪਾਇੰਟ ਕਰੇ। ਅਸੀਂ ਸੁਪਰੀਮ ਕੋਰਟ ਦਾ ਇੱਕ ਰਿਟਾਇਰਡ ਜੱਜ ਦੀ ਕਮੇਟੀ ਬਣਾਵਾਂਗੇ, ਉਹ ਸਾਰੇ ਸਟੇਟਾਂ ਦੇ ਵਿੱਚ ਪਾਵਰ ਰੈਗੂਲੇਟਰਸ ਅਸੀਂ ਲਾਵਾਂਗੇ। ਇਹਦਾ ਮਤਲਬ ਕਿ ਕਿਸੇ ਵੀ ਸਟੇਟ ਦਾ ਟੈਰਿਫ ਵਧਾਉਣਾ ਘਟਾਉਣਾ, ਬਿਜਲੀ ਵਿੱਚ ਕੋਈ ਕਰਨੀ, ਉਹ ਸਾਰਾ ਅਸੀਂ ਫੈਸਲਾ ਕਰਾਂਗੇ। ਦਿਸ ਇਜ਼ ਅਨਦਰ ਅਟੈਂਪਟ ਔਨ ਦੀ ਡਾਇਰੈਕਟ ਅਟੈਕ ਔਨ ਦੀ ਆਟੋਨਮੀ ਆਫ ਦੀ ਸਟੇਟਸ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ 2 ਟੋਟੇ ਹੋਏ, ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਵੋਟ ਪਾਈ। ਅਕਾਲੀ ਦਲ ਬੇਸਿਕਲੀ ਆਪਣੇ ਟੋਟਲ ਕੀ ਕਹਿੰਦੇ ਹੁੰਦੇ ਕਿ ਉਹ ਉਸ ਏਜੰਡੇ ਤੋਂ ਭਟਕ ਚੁੱਕਾ ਵਾ। ਔਰ ਮੈਂ ਤਾਂ ਜਿੰਨਾ ਕੁ ਸੁਣਦਾ ਵਾਂ, ਜਿਨ੍ਹਾਂ ਨੇ ਇਹਨਾਂ ਦੇ ਆਗੂ ਨੇ, ਉਹ ਸਿਰਫ ਹਰ ਵੇਲੇ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਵਿੱਚ ਹੀ ਲੱਗੇ ਹੋਏ ਨੇ। ਜੇ ਮੈਂ ਤੁਹਾਨੂੰ ਗਣਾਤਾ ਕਿ ਇੰਨਾ ਕੁਝ ਕਰਨ ਤੋਂ ਬਾਅਦ ਜੇ ਹਲੇ ਵੀ ਦੇਸ਼ ਭਗਤੀ ਦਾ ਸਬੂਤ ਦੇਣ ਤੇ ਖੜੇ, ਤਾਂ ਫਿਰ ਇਹ ਆਮ ਆਵਾਮ ਦਾ ਤੇ ਆਮ ਪੰਜਾਬ ਦਾ ਤੇ ਘੱਟ ਗਿਣਤੀਆਂ ਦਾ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਕੀ ਡਿਫੈਂਸ ਕਰਨਗੇ ਯਾਰ। ਤੁਸੀਂ ਗੱਲ ਕੀਤੀ ਕਿ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਦੇ, ਆਪਾਂ ਇਹ ਪੈਟਰੋਲ ਦੀ ਵੀ ਗੱਲ ਕਰਦੇ, ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ ਦੀ ਗੱਲ ਕੀਤੀ ਹੈ। ਇਹ ਪਹਿਲਾਂ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਲੱਗਦੇ ਸੀਗੇ, ਹੁਣ ਤੁਸੀਂ ਅਕਾਲੀ ਦਲ ਨੂੰ ਵੀ ਇਹਦੇ ਵਿੱਚ ਸ਼ੁਮਾਰ ਕਰ ਦਿੱਤਾ ਗਿਆ। ਪਰ ਜਿਵੇਂ ਤੁਸੀਂ ਕਿਹਾ ਕਿ ਜਥੇਦਾਰ ਇਹਨਾਂ ਵੱਲੋਂ ਥਾਪੇ ਜਾਂਦੇ ਆ, ਜਥੇਦਾਰ ਸਾਹਿਬ ਦਾ ਤਾਂ ਆਪਣਾ ਬਿਆਨ ਜਿਹੜਾ ਉਹ ਖਾਲਿਸਤਾਨ ਨੂੰ ਲੈ ਕੇ ਸਾਹਮਣੇ ਆ ਗਿਆ, ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਇਹ ਸਰਟੀਫਿਕੇਟ ਵੰਡ ਸਕਦੇ ਆ? ਨਹੀਂ, ਮੈਂ ਜਨਰਲ ਕਿਹਾ ਕਿ SGPC ਉਹਨਾਂ ਦੇ ਕੋਲ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਪਾਇੰਟ ਕਰਨ ਦੀ ਅਥਾਰਟੀ ਅਕਾਲੀ ਦਲ ਦੇ ਕੋਲ ਹੈ। ਇੱਕ ਜਥੇਦਾਰ ਨੇ ਕੋਈ ਆਪਣੇ ਇੰਡੀਪੈਂਡੈਂਟ ਕੋਈ ਸਟੇਟਮੈਂਟ ਦਿੱਤੀ, ਦੈਟਸ ਅਨਦਰ ਮੈਟਰ। ਮੈਂ ਇੱਕ ਜਨਰਲੀ ਪ੍ਰਕਿਰਿਆ ਗਣਾਈ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਿਰਦਾਰ, ਉਹ ਮੇਰੇ ਹਿਸਾਬ ਦੇ ਨਾਲ 360 ਡਿਗਰੀ ਘੁੰਮ ਗਏ ਨੇ ਪੂਰਾ ਹੀ। ਜਿੱਥੋਂ ਸ਼ੁਰੂ ਹੋਏ ਸੀ, ਜਿਸ ਢੰਗ ਤੋਂ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਇੱਕ ਪੰਜਾਬ ਦੇ ਹੱਕੀ ਮੰਗਾਂ ਲਈ ਲੜਦੀ ਸੀ, ਕਪੂਰੀ ਦਾ ਮੋਰਚਾ, ਧਰਮਯੁੱਧ ਦਾ ਮੋਰਚਾ, ਪੰਜਾਬੀ ਸੂਬਾ ਮੋਰਚਾ, ਜਾਂ ਉਹ ਤੋਂ ਪਹਿਲਾਂ ਜਿਹੜੇ ਅਕਾਲੀ ਸਾਡੇ ਪੁਰਖੇ ਸੀਗੇ, ਨਨਕਾਣਾ ਸਾਹਿਬ ਦਾ ਮੋਰਚਾ, ਕਿੱਥੇ ਉਹ ਲੋਕ ਸੀਗੇ ਤੇ ਕਿੱਥੇ ਆ ਜਿਹੜੇ ਅੱਜ ਦੇ ਲੀਡਰ ਜਿਹੜੇ BJP ਦੀਆਂ ਯੂਨਿਟਰੀ ਪਾਲਿਸੀਜ਼ ਨੂੰ, ਕਿਉਂਕਿ BJP ਇਸ ਵਕਤ ਸਾਰੇ ਅਧਿਕਾਰ ਖੋਲੀ ਆ। ਤੁਸੀਂ ਤਾਂ ਹਲੇ ਸਿਰਫ 3 ਆਰਡੀਨੈਂਸ ਦੀ ਗੱਲ ਕੀਤੀ ਆ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਗੱਲ ਕੀਤੀ ਆ, ਪਰ ਇਹ ਤੋਂ ਪਹਿਲਾਂ ਐਜੂਕੇਸ਼ਨ ਦਾ ਸਾਰਾ ਟੋਟਲ ਜਿਹੜਾ ਕੰਟਰੋਲ ਉਹ ਗਵਰਨਮੈਂਟ ਆਫ ਇੰਡੀਆ ਕੋਲ ਆ, ਹੈਲਥ ਕੇਅਰ ਦਾ ਕੰਟਰੋਲ ਉਹਨਾਂ ਦੇ ਕੋਲ ਆ, ਲੇਬਰ ਲਾਜ਼, ਮਨਰੇਗਾ ਸਾਰੇ ਦਿੱਲੀੋਂ ਸਕੀਮਾਂ ਬਣਦੀਆਂ ਨੇ, ਸਾਰੀਆਂ ਸੜਕਾਂ ਚੌੜੀਆਂ ਕਰਨੀਆਂ, ਵੱਡੀਆਂ ਕਰਨੀਆਂ, ਈਵਨ ਪਲਾਨ ਰੋਡਸ ਤੱਕ। ਨੈਸ਼ਨਲ ਹਾਈਵੇ ਤਾਂ ਚਲੋ ਮੰਨ ਲਿਆ ਗਵਰਨਮੈਂਟ ਆਫ ਇੰਡੀਆ ਕੋਲ ਆ, ਪਲਾਨ ਰੋਡਸ ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਲਿਆਂਦੀਆਂ। ਸੋ ਸਾਡੇ ਕੋਲੋਂ ਹੌਲੀ ਹੌਲੀ ਖੋਂਦੇ, ਮਤਲਬ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ
ਕਰੰਟ ਗਵਰਨਮੈਂਟ ਕਰ ਰਹੀ ਆ, ਔਰ ਇਹਨੂੰ ਇੰਡੀਆ ਨੂੰ ਫੈਡਰਲ ਕੰਟਰੀ ਦੀ ਬਜਾਏ ਇੱਕ ਯੂਨਿਟਰੀ ਬਹੁਤ ਕੇਂਦਰਵਾਦੀ ਇੱਕ ਦੇਸ਼ ਬਣਾਉਣ ਵੱਲ ਵੱਧ ਰਹੀ ਆ, ਜਿਹੜੀ ਕਿ ਅਲਟੀਮੇਟਲੀ ਇਨ ਦ ਲੌਂਗ ਰਨ ਚੰਗਾ ਨਹੀਂ ਹੋਵੇਗਾ। ਬਿਕੋਜ਼ ਇੰਡੀਆ ਬੇਸਿਕਲੀ ਇਜ਼ ਅ ਡਾਈਵਰਸ ਕੰਟਰੀ। ਇੰਡੀਆ ਇਜ਼ ਅ ਮਿਕਸ ਆਫ ਮੈਨੀ ਰਿਲੀਜਨਸ, ਮੈਨੀ ਕਲਚਰਸ, ਮੈਨੀ ਲੈਂਗੁਏਜਸ। ਇਹ ਮਤਲਬ ਹਰ 200-300 ਮੀਲ ਦੇ ਉੱਤੇ ਜਾ ਕੇ ਭਾਸ਼ਾ, ਪੋਸ਼ਾਕ ਤੇ ਧਰਮ ਬਦਲਦੇ ਨੇ। ਇਹ ਸਾਰਿਆਂ ਨੂੰ ਇਕੱਠੇ ਰੱਖਣ ਵਾਸਤੇ ਸਾਰਿਆਂ ਨੂੰ ਉਨੀ ਕੁ ਆਜ਼ਾਦੀ ਤਾਂ ਹੋਣੀ ਚਾਹੀਦੀ ਕਿ ਤੁਸੀਂ ਆਪਣੇ ਆਪਣੇ ਸੂਬੇ ਵਿੱਚ ਆਪਣੇ ਅਨੁਕੂਲ ਪਾਲਿਸੀਜ਼ ਬਣਾਓ। ਇੱਕ ਨੈਤਿਕਤਾ ਸ਼ਬਦ ਵਰਤਿਆ ਜਾਂਦਾ ਹੈ ਤੇ ਜਿਹੜਾ ਲੱਗਦਾ ਕਿ ਇਸ ਸਮੇਂ ਸਿਆਸਤ ਦੇ ਵਿੱਚ ਤਾਂ ਨੈਤਿਕਤਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਆ, ਖਤਮ ਹੀ ਹੋ ਗਈ। ਲਗਭਗ ਲੀਡਰਾਂ ਦੇ ਵਿੱਚੋਂ ਵੀ ਬਹੁਤਿਆਂ ਦੇ ਵਿੱਚੋਂ ਖਤਮ ਹੋ ਗਈ, ਸਿਆਸੀ ਪਾਰਟੀਆਂ 'ਚੋਂ ਖਤਮ ਹੋ ਗਈ, ਸਰਕਾਰਾਂ 'ਚ ਨਹੀਂ ਬਹੁਤੀ ਵਾਰੀ ਨਜ਼ਰ ਆਉਂਦੀ, ਓਪੋਜੀਸ਼ਨ 'ਚ ਨਹੀਂ ਨਜ਼ਰ ਆਉਂਦੀ ਹੈ। ਹੁਣ ਨੈਤਿਕਤਾ ਦੀ ਗੱਲ ਕਰ ਲਈਏ ਤੇ ਇਸ ਵੇਲੇ ਜਦੋਂ ਅਸੀਂ ਮੁਲਕ ਦੀ ਗੱਲ ਕਰਦੇ ਹਾਂ ਕਿ ਮੁਲਕ ਦੇ ਉੱਤੇ ਆਹ ਖਤਰਾ ਬਣ ਗਿਆ, ਉਹ ਖਤਰੇ ਦਿਖਾਉਂਦੇ ਜਦੋਂ ਵੀ ਇਹ ਸੱਤਾ ਦੇ ਵਿੱਚ ਬੈਠੇ ਲੋਕ ਹੈ ਤੇ ਤਕਰੀਬਨ ਇਹ ਨਜ਼ਰ ਆਉਂਦਾ ਕਿ ਚੋਣਾਂ ਦਾ ਮਾਹੌਲ ਹੈ। ਬਿਹਾਰ ਦੀ ਗੱਲ ਚੱਲਦੀ ਹੈ, ਪ੍ਰਧਾਨ ਮੰਤਰੀ ਹੋਰੀ ਜਿੰਨੀ ਵਾਰੀ ਜ਼ਿਕਰ ਕਰਦੇ ਆ ਤੇ ਉਹ ਬਿਹਾਰ ਦੀਆਂ ਚੋਣਾਂ ਦਾ ਜ਼ਿਕਰ ਆਉਂਦਾ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਪੈਦਾ ਕੀਤਾ ਜਾ ਰਿਹਾ, ਜਿਹੜੀ ਉਥਲ ਪੁਥਲ ਜੀ ਹੁੰਦੀ ਨਜ਼ਰ ਆ ਰਹੀ ਹੈ, ਜਾਂ ਖਾਸ ਤੌਰ ਤੇ ਇੱਕ ਸਮੁਦਾਇ ਨੂੰ, ਇੱਕ ਤਬਕੇ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹ 2022 ਦੀਆਂ ਚੋਣਾਂ ਦੀ ਅਗਾਊਂ ਤਿਆਰੀ ਮੰਨ ਲਈ ਜਾਵੇ ਜਾਂ ਕੁਝ ਹੋਰ ਹੈ? ਹਾਂ, ਇਹਦੇ ਪਿੱਛੇ ਡੈਫੀਨੇਟਲੀ ਇਲੈਕਸ਼ਨਸ ਨੂੰ ਤਕਰੀਬਨ ਜੇ ਆਪਾਂ ਮੰਨ ਲਈਏ ਤਾਂ ਸਵਾ ਕੁ ਸਾਲ ਹੀ ਰਹਿ ਗਿਆ ਵਾ। ਅਖੀਰਲੇ 3-4 ਮਹੀਨੇ ਤਾਂ ਉਹ ਸ਼ੋਰੋ ਗੁਲ 'ਚ ਹੀ ਲੰਘ ਜਾਂਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਕਿ ਜਿਹੜੀਆਂ ਇਹ ਜੋ ਕੁਝ ਕੀਤਾ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ, ਇਹਦੇ ਵਿੱਚ ਤੁਸੀਂ ਦੇਖੋਗੇ ਕਿ ਖਾਸ ਤੌਰ ਤੇ ਅਰਬਨ ਵੋਟਰਸ ਨੂੰ ਬਹੁਤ ਸਕੇਅਰ ਕੀਤਾ ਜਾਂਦਾ। ਪਹਿਲਾਂ ਬਾਦਲ ਸਾਹਿਬ ਵੀ 10 ਸਾਲ ਇਹੀ ਕਹਿੰਦੇ ਰਹੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸਰਕਾਰ ਡਿਸਲੌਜ ਕੀਤੀ ਤੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਨੇ। ਉਹੀ ਡਰਾਉਂਦੇ ਰਹੇ ਸ਼ਹਿਰੀ ਵੋਟਰ ਨੂੰ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪਿਛਲੇ ਕੁਝ ਦੇਰ ਤੋਂ ਇੱਦਾਂ ਦੀ ਇਹ ਇੱਕ ਤੁਸੀਂ ਦੇਖੋਗੇ ਕਿ ਜਿਹੜਾ ਡੀਜੀਪੀ ਪੰਜਾਬ ਦਾ ਉਹ ਹੌਲੀ ਹੌਲੀ ਪੰਜਾਬ ਦੇ ਵਿੱਚ ਇੱਦਾਂ ਦੇ ਸਿਚੁਏਸ਼ਨਸ ਦਿਖਾ ਰਹੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਿਲੀਟੈਂਸੀ ਦਾ ਰਿਵਾਈਵਲ ਹੋ ਰਿਹਾ। ਤਾਂ ਮੈਨੂੰ ਲੱਗਦਾ ਵਾ ਕਿ ਇਹ ਅਮਰਿੰਦਰ ਸਿੰਘ ਦੀ ਜਾਂ ਕਾਂਗਰਸ ਦੀ ਇੱਕ ਗਿਣੀ ਮਿੱਥੀ ਮੂਵ ਹੋ ਸਕਦੀ ਆ ਕਿ ਕਿਸੇ ਤਰੀਕੇ ਨਾਲ ਸ਼ਹਿਰੀ ਵੋਟਰ ਨੂੰ ਇੱਕ ਪਾਸੇ ਇਕੱਠਾ ਕਰਕੇ ਰੱਖੋਗੇ। ਜੇ ਤੁਸੀਂ ਅਮਰਿੰਦਰ ਸਿੰਘ ਦੇ ਹੱਥੋਂ ਵਾਕਡੋਰ ਹਟਾਈ ਤਾਂ ਪੰਜਾਬ ਜਿਹੜਾ ਉਹ ਦੁਬਾਰਾ ਫਿਰ ਮਾੜੇ ਹਾਲਾਤਾਂ, ਅੱਜ ਪੰਜਾਬ ਮਾੜੇ ਹਾਲਾਤਾਂ ਵਿੱਚ ਨਹੀਂਗਾ। ਪੰਜਾਬ ਨੂੰ ਤਾਂ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਆ। ਪੰਜਾਬ ਦੇ ਤਾਂ ਬੱਚੇ ਲੱਖਾਂ ਦੀ ਤਾਦਾਦ ਵਿੱਚ ਵਿਦੇਸ਼ਾਂ ਭੱਜ ਰਹੇ ਨੇ। ਪੰਜਾਬ ਵਿੱਚ ਬਹੁਤ ਵੱਡੇ ਪੱਧਰ 'ਤੇ ਨਸ਼ੇ ਆ। ਪੰਜਾਬ 2.5 ਲੱਖ ਕਰੋੜ ਦੀ ਕਰਜ਼ਈ ਸਟੇਟ ਆ। ਹੈਲਥ ਕੇਅਰ ਤੇ ਐਜੂਕੇਸ਼ਨ ਉੱਡ ਗਈ ਆ। ਪੰਜਾਬ ਦੇ ਤਾਂ ਇੰਨੇ ਬਰਨਿੰਗ ਇਸ਼ੂਜ਼ ਆ, ਬਟ ਯੂ ਵਿਲ ਸੀ ਕਿ ਸਡਨਲੀ ਸਾਰਾ ਫੋਕਸ ਆ ਜਿਹੜੇ ਨੌਨ ਇਸ਼ੂਜ਼ ਦੇ ਉੱਤੇ ਲਿਆਂਦਾ ਜਾ ਰਿਹਾ ਵਾ ਕਿ ਪੰਜਾਬ ਨੂੰ ਬਹੁਤ ਖਤਰਾ ਵਾ, ਪੰਜਾਬ ਸ਼ਾਇਦ ਦੇਸ਼ ਤੋਂ ਅਲੱਗ ਹੋਣ ਜਾ ਰਿਹਾ ਵਾ। ਇਹ ਸਾਰਾ ਐਂ ਜਾਪਦਾ ਫਿਰ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਇਹ ਇਲੈਕਸ਼ਨ ਓਰੀਐਂਟਡ ਪੋਲਿਟਿਕਸ ਜਿਹੜੀ ਆ ਨਜ਼ਰ ਆ ਰਹੀ। ਬਾਦਲ ਸਾਹਿਬ ਵੀ ਇੱਦਾਂ ਕਰਦੇ ਸੀ ਤੁਹਾਡੇ ਕਹਿਣ ਮੁਤਾਬਕ, ਤੇ ਕੈਪਟਨ ਸਾਹਿਬ ਵੀ ਕੁਝ ਇਸੇ ਤਰੀਕੇ ਦੇ ਨਜ਼ਰੀਏ ਦੇ ਨਾਲ ਕੋਈ ਸਟ੍ਰੈਟਜੀ ਜਿਹੜੀ ਘੜਦੇ ਹੋ ਸਕਦੇ ਆ। ਤੇ ਫਿਰ ਇਸ ਸਮੇਂ ਬਦਲ ਕੀ ਹੈ? ਸੁਖਪਾਲ ਖਹਿਰਾ ਕਿੱਦਾਂ ਦੀ ਪੰਜਾਬ ਦੇ ਲੋਕਾਂ ਨੂੰ ਪੋਲਿਟਿਕਸ ਦੇਣੀ ਚਾਹੁੰਦੇ, ਕਿੱਦਾਂ ਦੀ ਧਿਰ ਕੋਈ ਨਜ਼ਰ 'ਚ ਦੇਖਣੀ ਚਾਹੁੰਦੇ ਆ ਪੰਜਾਬ ਦੇ ਵਿੱਚ, ਜਿਹੜੀ ਇਹ ਵਾਲੀ ਪੋਲਿਟਿਕਸ ਹੈ ਇਹਦਾ ਬਦਲ ਵੀ ਹੋਵੇ ਤੇ ਪੰਜਾਬ ਦੇ ਵਿੱਚ ਬਦਲਾਅ ਵੀ ਆਉਣ? ਮੈਂ ਬਦਲ ਤੇ ਆ ਜਾਣਾ। ਤੁਸੀਂ ਇੱਕ ਸਵਾਲ ਆਪਣਾ ਰਹਿ ਗਿਆ ਸੀਗਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ। ਉਹਦੇ ਵਿੱਚ ਉਸ ਹਮਾਮ ਵਿੱਚ ਦੋਨੋਂ ਵੱਡੀਆਂ ਪਾਰਟੀਆਂ ਨੰਗੀਆਂ ਨੇ। ਤੁਸੀਂ ਦੇਖੋ ਜਿਹੜੀ ਬੀਜੇਪੀ ਦੀ ਨੈਸ਼ਨਲ ਗਵਰਨਮੈਂਟ ਆ, ਅਗਰ ਡੀਜ਼ਲ ਤੇ ਪੈਟਰੋਲ ਦੀਆਂ ਆਪਾਂ ਵਰਲਡ ਵਾਈਡ ਪ੍ਰਾਈਸਿਸ ਦੇਖੋਗੇ ਤਾਂ ਇਸ ਵਕਤ ਜਿਹੜੀ ਉਹਦੀ ਬੇਸਿਕ ਪ੍ਰਾਈਸ ਹੈ ਡੀਜ਼ਲ ਤੇ ਪੈਟਰੋਲ ਦੀ, ਉਹਦੇ ਤੇ ਜੇ ਮੈਂ ਗਲਤ ਨਾ ਹੋਵਾਂ ਆਲਮੋਸਟ 70% ਟੈਕਸ ਆ, ਜਿਹਦੇ ਚੋਂ 50% ਟੈਕਸ ਇਕੱਲਾ ਐਕਸਾਈਜ਼ ਡਿਊਟੀ ਆ ਜਿਹੜੀ ਗਵਰਨਮੈਂਟ ਆਫ ਇੰਡੀਆ ਲਾਉਂਦੀ ਆ। ਤੇ ਸਟੇਟਾਂ ਜਦੋਂ ਗਵਰਨਮੈਂਟ ਆਫ ਇੰਡੀਆ ਵਧਾ ਦਿੰਦੀ ਨਾਲ ਹੀ ਸਟੇਟਾਂ ਵੈਟ ਚੱਕ ਦਿੰਦੀਆਂ। ਇਹਨਾਂ ਦੇ ਕੋਲ ਵੈਟ ਲਾਉਣ ਦਾ ਅਧਿਕਾਰ ਆ। ਸੋ ਅਗਰ ਮੋਦੀ ਸਾਹਿਬ ਦੀ ਸਰਕਾਰ ਅੱਜ ਲੈਟ ਸੇ ਸ਼ਾਇਦ 75 ਰੁਪਏ ਡੀਜ਼ਲ ਆ ਤੇ 80 ਰੁਪਏ ਪੈਟਰੋਲ ਆ, ਅਗਰ ਇਹ ਕੀਮਤਾਂ ਨੇ ਤੇ ਇਹਦੇ ਵਿੱਚ ਬਹੁਤ ਵੱਡਾ ਰੋਲ ਤਾਂ ਗਵਰਨਮੈਂਟ ਆਫ ਇੰਡੀਆ ਦਾ ਤੇ ਨਾਲ ਦੀ ਨਾਲ ਸਾਡੀ ਸਟੇਟ ਦਾ ਵੀ ਆ। ਜੇ ਤੁਸੀਂ ਪੈਟਰੋਲ ਇਕੱਲਾ ਦੇਖ ਲਓਗੇ, ਮੇਰੇ ਖਿਆਲ ਪੈਟਰੋਲ ਸਾਡੇ ਬਾਕੀ ਸੂਬਿਆਂ ਨਾਲੋਂ ਕਾਫੀ ਮਹਿੰਗਾ ਪੰਜਾਬ ਦੇ ਵਿੱਚ। ਤੋ ਜਦੋਂ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਕਿ ਕੈਪਟਨ ਸਾਹਿਬ ਨੂੰ ਪੰਜਾਬ ਵਿੱਚ ਤੇਲ ਤੇ ਵੈਟ ਘਟਾਉਣੀ ਚਾਹੀਦੀ ਆ, ਤੇ ਉਹ ਮੋਦੀ ਸਾਹਿਬ ਦੇ ਕੈਬਨਿਟ 'ਚ ਬੈਠ ਕੇ ਇਹ ਕਿਉਂ ਨਹੀਂ ਕਹਿੰਦੀ ਕਿ ਆਪਾਂ ਨੂੰ ਐਕਸਾਈਜ਼ ਡਿਊਟੀ ਘਟਾਉਣੀ ਚਾਹੀਦੀ? ਸੋ ਇਹ ਦੋਨੋਂ ਪਾਰਟੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਇਹ ਦੋਗਲੀ ਰਾਜਨੀਤੀ ਕਰ ਰਹੇ ਨੇ। ਦੋਨਾਂ ਦਾ ਕਸੂਰ ਹੈ। ਜ਼ਿਆਦਾ ਕਸੂਰ ਗਵਰਨਮੈਂਟ ਆਫ ਇੰਡੀਆ ਦਾ, ਬਿਕੋਜ਼ ਐਕਸਾਈਜ਼ ਡਿਊਟੀ ਬਹੁਤ ਜ਼ਿਆਦਾ ਵਧਾਉਂਦੇ ਨੇ ਉਹ, ਔਰ ਥੋੜ੍ਹਾ ਕਸੂਰ ਜਿਹੜਾ ਹੈਗਾ ਉਹ ਸਟੇਟ ਗਵਰਨਮੈਂਟਾਂ ਦਾ ਵੀ ਆ ਜਿਹੜੇ ਵੈਟ ਵਧਾਉਂਦੇ ਨੇ ਡੀਜ਼ਲ ਤੇ ਪੈਟਰੋਲ ਤੇ। ਦਿੱਲੀ ਵਿੱਚ ਤਾਂ ਮੇਰਾ ਖਿਆਲ
ਡੀਜ਼ਲ ਤੇ ਪੈਟਰੋਲ ਇੱਕ ਕੀਮਤ ਹੋ ਗਏ ਨੇ। ਦਿੱਲੀ ਦੇ ਵਿੱਚ ਤਾਂ ਡੀਜ਼ਲ ਦੀ ਕੀਮਤ ਵੱਧ ਵੀ ਗਈ ਇੱਕ ਵੇਲੇ 12 ਪੈਸੇ ਜਿਹੜਾ ਉਹ ਮਹਿੰਗਾ ਵੀ ਹੋ ਗਿਆ ਸੀ ਡੀਜ਼ਲ। ਸਰਪ੍ਰਾਈਜ਼ਿੰਗ। ਇੱਕ ਪਾਸੇ ਤੁਸੀਂ ਕਿਸਾਨਾਂ ਨੂੰ ਦੇਖੋ, ਹੁਣ ਤੁਸੀਂ ਮੇਰੇ ਖਿਆਲ ਪਿਛਲੇ 1 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਨਹੀਂ ਤਾਂ 14-15 ਰੁਪਏ ਡੀਜ਼ਲ ਪੈਟਰੋਲ ਵਧਾ ਦਿੱਤਾ ਵਾ ਡੀਜ਼ਲ, ਤੇ ਕੀ ਕਿਸਾਨ ਨੂੰ ਉਹਦੀ ਇਨਪੁਟ ਕਾਸਟ ਵਿੱਚ ਇਹ ਪੈਸੇ ਗਿਣੇ ਜਾਣਗੇ? ਇਸ ਲਈ ਇਹ ਦੋਨੋਂ ਪਾਰਟੀਆਂ ਇਸ ਗੱਲ ਦੇ ਉੱਤੇ ਰਿਸਪੌਂਸਿਬਲ ਨੇ। ਹੁਣ ਆ ਗਈ ਗੱਲ ਅਲਟਰਨੇਟਿਵ ਦੀ। ਦੇਖੋ, ਮੈਂ ਦੁਬਾਰਾ ਫਿਰ ਇਹ ਕਹਿਣਾ ਚਾਹੁੰਦਾ, ਮੇਰੀ ਤਾਂ ਪੰਜਾਬ ਦੇ ਵੋਟਰਸ ਨੂੰ ਇਹੀ ਅਪੀਲ ਹੈ ਕਿ ਤੁਸੀਂ ਐਂ ਕਰੋ, ਆਪਣਾ ਪਿੰਡ ਦੇਖ ਲਓ, ਆਪਣਾ ਸ਼ਹਿਰ ਦਾ ਵਾਰਡ ਦੇਖ ਲਓ ਤੇ ਆਪਣਾ ਘਰ ਦੇਖ ਲਓ, ਇਸ ਔਰ ਆਪਣੇ ਬੱਚਿਆਂ ਦਾ ਭਵਿੱਖ ਦੇਖ ਲਓ, ਤੁਹਾਡੇ ਬੱਚਿਆਂ ਦਾ ਫਿਊਚਰ ਕਿਸ ਤਰ੍ਹਾਂ ਦਾ, ਇਹਦਾ ਵਾਤਾਵਰਨ ਕਿੱਦਾਂ ਦਾ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਤੁਹਾਨੂੰ ਹੁਣ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਕੀ ਉਹਨਾਂ ਹੀ ਪਾਰਟੀਆਂ ਨੂੰ ਦੁਬਾਰਾ ਚੁਣੀ ਜਾਈ ਜਿਨ੍ਹਾਂ ਨੂੰ ਅਸੀਂ 10-10 ਵਾਰ ਮੌਕਾ ਦੇ ਚੁੱਕੇ ਹਾਂ। ਮੇਰਾ ਖਿਆਲ ਪੰਜਾਬੀ ਸੂਬਾ ਬਣਨ ਤੋਂ ਬਾਅਦ 1966 ਤੋਂ ਬਾਅਦ ਅੱਜ ਤੱਕ, ਜੇ ਮੈਂ ਗਲਤ ਨਾ ਹੋਵਾਂ, ਤੇ 8-9-10 ਸਰਕਾਰਾਂ ਅਕਾਲੀ ਦਲ ਨੇ ਬਣਾ ਲਈਆਂ, 8-9-10 ਸਰਕਾਰਾਂ ਕਾਂਗਰਸ ਨੇ ਬਣਾਈਆਂ। ਇਹ ਇੰਨੇ ਰਾਜ ਭਾਗ ਤੋਂ ਬਾਅਦ ਅੱਜ ਪੰਜਾਬ ਜਿਹੜੀਆਂ ਗੱਲਾਂ ਮੈਂ ਗਣਾਈਆਂ ਕਿ 2.5 ਲੱਖ ਕਰੋੜ ਦਾ ਕਰਜ਼ਈ, ਸਕੂਲ ਤੇ ਹਸਪਤਾਲ ਢਹਿ ਢੇਰੀ ਹੋ ਗਏ ਨੇ, ਇੰਪਲੋਇਮੈਂਟ ਜਿਹੜੀ ਆ ਬੇਰੁਜ਼ਗਾਰੀ ਸਿਖਰਾਂ ਤੇ ਹੋ ਗਈ, ਬੱਚੇ ਬਾਹਰ ਭੱਜ ਗਏ ਨੇ, ਨਸ਼ੇ ਹਰ ਗਲੀ ਕੂਚੇ ਦੇ ਵਿੱਚ ਮਿਲ ਰਹੇ ਨੇ, ਮਾਫੀਆ ਪਰਬਲ ਹੈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਤੁਸੀਂ ਫਿਰ ਉਹਨਾਂ ਪਾਰਟੀਆਂ ਨੂੰ ਵੋਟ ਪਾਉਣਾ ਚਾਹੁੰਦੇ? ਮੇਰੀ ਤਾਂ ਸਿਰਫ ਇਹ ਅਪੀਲ ਹੈ। ਹੁਣ ਆ ਗਈ ਗੱਲ ਬਦਲ। ਦੇਖੋ, ਬਦਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਅੱਛਾ ਮੌਕਾ ਦਿੱਤਾ ਸੀ, ਉਹ ਨਹੀਂ ਸੰਭਾਲ ਸਕੇ ਅਨਫੋਰਚੂਨੇਟਲੀ। ਔਰ ਹੁਣ ਵੀ ਮੈਂ ਆਪਣੇ ਪੰਜਾਬ ਦੇ ਵੋਟਰ ਨੂੰ ਕਹਿਣਾ ਚਾਹੁੰਦਾ ਕਿ ਦੇ ਆਰ ਬੇਸਿਕਲੀ ਅ ਨੈਸ਼ਨਲ ਪਾਰਟੀ। ਜਿੰਨੀਆਂ ਵੀ ਨੈਸ਼ਨਲ ਪਾਰਟੀਜ਼ ਨੇ, ਕੇਂਦਰੀਵਾਦੀ ਪਾਰਟੀਆਂ, ਉਹਨਾਂ ਦੇ ਕੋਲ ਪੰਜਾਬ ਦਾ ਹੱਲ ਨਹੀਂਗਾ। ਪੰਜਾਬ ਦਾ ਜਿੱਦਣ ਹੱਲ ਹੋਵੇਗਾ ਉਹ ਇੱਥੋਂ ਦੀ ਇੱਕ ਲੋਕਲ ਪਾਰਟੀ ਤੋਂ ਹੋਵੇਗਾ। ਔਰ ਲੋਕਲ ਪਾਰਟੀ ਸਾਡੇ ਕੋਲ ਬਹੁਤ ਵਧੀਆ ਸੀ, ਅਕਾਲੀ ਦਲ। ਜੇ ਅਕਾਲੀ ਦਲ ਆਪਣੇ ਏਜੰਡੇ ਤੋਂ ਨਾ ਭਟਕਦਾ ਤਾਂ ਕਿਸੇ ਆਮ ਆਦਮੀ ਪਾਰਟੀ ਦੀ, ਕਿਸੇ ਬਦਲ ਦੀ ਤਾਂ ਆਵਾਜ਼ ਹੀ ਨਹੀਂ ਸੀ ਉੱਠਣੀ। ਇਹ ਜਦੋਂ ਉਹ ਮੈਦਾਨ ਖਾਲੀ ਕਰ ਗਏ, ਉਹ ਬੀਜੇਪੀ ਦੀ ਇੱਕ ਪਿਛਲਾ ਪਾਰਟੀ ਬਣ ਗਏ ਕਿ ਸਾਨੂੰ ਇੱਕ ਵਜ਼ਾਰਤ ਦੇ ਦਿਓ, ਸਾਡੇ ਕੋਲੋਂ ਜਿੱਥੇ ਮਰਜ਼ੀ ਮੋਹਰਾਂ ਲਵਾਈ ਚਲੋ। ਦੈਟ ਇਜ਼ ਦ ਟਾਈਮ ਜਿੱਥੇ ਪੰਜਾਬ ਦੇ ਵਿੱਚ ਆਵਾਜ਼ ਉੱਠ ਰਹੀ ਆ। ਸੋ ਸਾਡਾ ਉਪਰਾਲਾ ਕਿ ਜਿਹੜੀਆਂ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਪੰਜਾਬ ਦੀਆਂ ਪੱਖੀ ਧਿਰਾਂ ਨੇ, ਕੁਝ ਗੈਰ ਰਸਮੀ ਮੀਟਿੰਗਾਂ ਸਾਡੀਆਂ ਹੋਈਆਂ ਨੇ, ਕੁਝ ਅਸੀਂ ਹੋਰ ਕਰਾਂਗੇ ਔਰ ਯਤਨ ਕਰਾਂਗੇ ਕਿ ਪੰਜਾਬ ਦੇ ਵਿੱਚ ਕੋਈ ਰੀਜਨਲ ਫੋਰਸ ਖੜੀ ਹੋਵੇ ਜਿਹੜੀ ਪੰਜਾਬ ਦੇ ਪਾਣੀਆਂ ਤੇ, ਭਾਸ਼ਾ ਤੇ, ਇੰਡਸਟਰੀ ਤੇ। ਦੇਖੋ, ਹੁਣ ਪੰਜਾਬ ਦਾ ਜੇ ਐਗਰੀਕਲਚਰ ਖਤਮ ਹੋ ਚੁੱਕਾ, ਉਜੜਿਆ, ਤੇ ਇੰਡਸਟਰੀ ਵੀ ਇਸ ਵਕਤ ਉਜੜਨ ਕਿਨਾਰੇ ਆ। ਸੋ ਇਹਦੇ ਹੱਲ ਜਿਹੜੇ ਨੇ ਉਹ ਲੱਭਣ ਦੀ ਜ਼ਰੂਰਤ ਹੈ ਕਿ ਤਾਂ ਮੈਂ ਇੱਕ ਰੀਜਨਲ ਫੋਰਸ ਦੀ ਵਕਾਲਤ ਕਰਦਾ ਔਰ ਅਸੀਂ ਵੀ ਆਰ ਟਰਾਈਂਗ ਆਵਰ ਬੈਸਟ। ਤੁਸੀਂ ਕੋਸ਼ਿਸ਼ ਕਰ ਰਹੇ ਹੋ ਰੀਜਨਲ ਫੋਰਸ ਦੀ, ਪਰ ਕੀ ਕਾਰਨ ਹੈ ਕਿ ਜਦੋਂ ਵੀ ਤੁਸੀਂ ਰੀਜਨਲ ਫੋਰਸ ਕੋਈ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਜਿਹੜੀ ਚੁਣਾਵੀ ਦੌਰ ਹੁੰਦਾ ਨਾ, ਉਹਦੇ ਵਿੱਚ ਤੁਣਕੇ ਵੱਜਦੇ, ਉਹਨੂੰ ਟੜਕ ਟੁੱਟਦੀਆਂ ਨੇ ਤੁਹਾਡੀਆਂ ਉਹ ਫੋਰਸਿਸ ਜਿਹੜੀਆਂ ਤੁਸੀਂ ਇਕੱਠੀਆਂ ਕਰਦੇ, ਇਕਜੁੱਟ ਕਰਦੇ ਆ। ਜਿੱਦਾਂ ਤੁਹਾਡਾ ਪੀਡੀਏ ਦੀ ਗੱਲ ਕਰ ਲਈਏ, ਪੀਡੀਏ ਵੀ ਇੱਕ ਜਗ੍ਹਾ ਤੇ ਆਣ ਕੇ, ਚੋਣਾਂ ਦੇ ਵਿੱਚ ਆਣ ਕੇ ਤੇ ਖੇਰੂ ਹੁੰਦਾ ਨਜ਼ਰ ਆਇਆ। ਕੀ ਕਾਰਨ ਹੈ ਕਿ ਜਦੋਂ ਚੁਣਾਵੀ ਸਿਆਸਤ ਹੁੰਦੀ ਹੈ ਉਦੋਂ ਜਿਹੜੀਆਂ ਤੁਸੀਂ ਤਾਕਤਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਦੇ, ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਲੱਗਦੀ ਕਿ ਆਹ ਧਿਰ ਤੀਸਰੀ ਆਣ ਕੇ ਬੈਠੀ ਹੈ ਪੰਜਾਬ ਦੇ ਵਿੱਚ, ਇਹਨੂੰ ਅਜ਼ਮਾ ਕੇ ਦੇਖਣਾ, ਤੇ ਉਹ ਧਿਰ ਜਿਹੜੀ ਆ ਉਹ ਆਪ ਹੀ ਖੇਰੂ ਹੁੰਦੀ ਨਜ਼ਰ ਆਉਂਦੀ ਹੈ। ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਿਕੋਜ਼ ਜਿਨ੍ਹਾਂ ਸ਼ਕਤੀਆਂ ਦੇ ਨਾਲ ਸਾਡੀ ਲੜਾਈ ਆ ਉਹ ਬਹੁਤ ਤਾਕਤਵਰ ਨੇ, ਉਹਨਾਂ ਦੇ ਕੋਲ ਬਹੁਤ ਸਾਧਨ ਨੇ, ਉਹਨਾਂ ਦੇ ਕੋਲ ਸਰਮਾਇਆ ਬਹੁਤ ਆ, ਉਹ ਵਿੱਚੋਂ ਭੰਨ ਤੋੜ ਕਰ। ਕੁਝ ਸਾਡੇ ਵੀ ਆਦਮੀ ਲਾਲਚ ਵਿੱਚ ਸ਼ਿਕਾਰ ਹੋ ਜਾਂਦੇ। ਜਿੱਦਾਂ ਪੀਡੀਏ ਦਾ ਜ਼ਿਕਰ ਕੀਤਾ, ਪਾਰਲੀਮੈਂਟ ਵਿੱਚ 11% ਵੋਟ ਪਈ ਸੀਗੀ, ਝਾੜੂ ਨੂੰ 7 ਪੈਸੇ ਪਈ ਸੀਗੀ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੂੰ 11% ਵੋਟ ਪਈ ਸੀ। ਫਿਰ ਆ ਗਈਆਂ 2 ਜਿਮਨੀ ਚੋਣਾਂ, ਤੇ ਸਾਡੇ ਇੱਕ ਭਾਈਵਾਲ ਜਿਹੜੇ ਸੀਗੇ ਉਹ ਕਹਿੰਦੇ ਨਹੀਂ, ਅਸੀਂ ਦੋਨੋਂ ਜਿਮਨੀ ਚੋਣਾਂ ਅਸੀਂ ਲੜਨੀਆਂ। ਸੋ ਦੈਟ ਵਾਜ਼ ਬੈਡ। ਦੈਟ ਵਾਜ਼ ਉਹ ਸੂਬੇ ਦੇ ਹਿੱਤ ਦੇ ਉਲਟ ਸੀਗੀ ਗੱਲ। ਮੈਂ ਬਹੁਤ ਸਮਝਾਇਆ ਕਿ ਇੱਕ ਤੁਸੀਂ ਲੜ ਲਓ, ਇੱਕ ਬਹੁਜਨ ਸਮਾਜ ਪਾਰਟੀ ਨੂੰ ਦੇ ਦਿਓ। ਇਸ ਤਰ੍ਹਾਂ ਨਾਲ ਕਈ ਵਾਰੀ ਉਹ ਧਿਰਾਂ ਜਿਹੜੀਆਂ ਨੇ ਉਹ ਬਣੀ ਬਣਾਈ ਖੇਡ ਨੂੰ ਖਰਾਬ ਕਰਦੀਆਂ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਹਥਿਆਰ ਸੁੱਟ ਦਈਏ। ਅਸੀਂ ਫਿਰ ਲੜਾਂਗੇ, ਅਸੀਂ ਫਿਰ ਉੱਠਾਂਗੇ ਔਰ ਅਸੀਂ ਫਿਰ ਕੋਸ਼ਿਸ਼ ਕਰਕੇ ਅੱਛੇ ਬੰਦਿਆਂ ਨੂੰ ਨਾਲ ਇਕੱਠੇ ਕਰਨ ਦਾ ਉਪਰਾਲਾ ਕਰਾਂਗੇ। ਫਿਰ ਤੁਹਾਡੇ ਉਹ ਵੀ ਸਾਥੀ ਨਾਲ ਆਉਣਗੇ ਉਹਦੇ ਵਿੱਚ? ਹਾਂ, ਅਸੀਂ ਸਭ ਨੂੰ ਸੱਦਾ ਦੇਣਾ ਵਾ। ਅਸੀਂ ਉਹਦੇ ਵਿੱਚ ਹੋ ਸਕਦਾ ਜਦੋਂ ਸਾਡੀ ਕੋਈ ਪਾਏਦਾਰ ਸਿਚੁਏਸ਼ਨ ਕ੍ਰੀਏਟ ਹੋ ਜੇ, ਜਿੰਨੇ ਵੀ ਫੋਰਸਿਸ ਜਿਹੜੀਆਂ ਕਹਿੰਦੀਆਂ ਕਿ ਅਸੀਂ ਟ੍ਰੈਡੀਸ਼ਨਲ ਕਰਪਟ ਪਾਰਟੀਜ਼ ਦੇ ਉਲਟ ਆ, ਸਭ ਨੂੰ ਸੱਦਾ ਦੇਵਾਂਗੇ ਇਰਰਿਸਪੈਕਟਿਵ ਆਫ ਦ ਮੈਟਰ। ਹੋ ਸਕਦਾ ਉਸ ਵਕਤ ਜੇ ਸਾਰੇ ਐਗਰੀ ਹੋਏ ਤਾਂ ਆਮ ਆਦਮੀ ਪਾਰਟੀ ਨੂੰ ਵੀ ਕਹਾਂਗੇ ਕਿ ਆ ਜਾਓ ਆਪਾਂ ਇਕੱਠੇ ਹੋ ਕੇ, ਜੇ ਵਾਕਈ ਤੁਸੀਂ ਬਦਲ ਦੇਣਾ ਚਾਹੁੰਦੇ ਆ ਤਾਂ ਆਹ ਇੱਕ ਪਾਏਦਾਰ ਬਦਲ ਬਣ ਸਕਦਾ ਹੈ।
ਅੱਛਾ, ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੀ ਵਿਉਂਤਬੰਦੀ ਘੜਦੇ ਪਏ, ਜਿਵੇਂ ਉਹਨਾਂ ਨੂੰ ਪਿਛਲੇ ਦਿਨੀ ਬ੍ਰਹਮਪੁਰਾ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬਣ ਜਾਓ, ਤੇ ਉਹਨਾਂ ਨੇ ਡਿਨਾਈ ਕਰ ਦਿੱਤਾ, ਕਹਿੰਦੇ ਨਹੀਂ ਪ੍ਰਧਾਨ ਨਹੀਂ ਬਣਨਾ, ਬਲਕਿ ਤੁਸੀਂ ਅਕਾਲੀ ਦਲ ਟਕਸਾਲੀ ਨੂੰ ਤੋੜ ਦਿਓ, ਇੱਕ ਆਪਾਂ ਸਾਂਝੀ ਪਾਰਟੀ ਬਣਾਉਣੀ ਆ, ਇੱਕ ਪਾਰਟੀ, ਇੱਕ ਪ੍ਰਧਾਨ, ਇੱਕ ਵਿਧਾਨ, ਇੱਕ ਉਹ ਚੀਜ਼ ਤਰੀਕੇ ਨਾਲ ਕਹਿੰਦੇ ਆਪਾਂ ਇੱਕ ਨਵੀਂ ਧਿਰ ਖੜੀ ਕਰਨੀ ਆ। ਉਹਦੇ ਬਾਰੇ ਤੁਹਾਡੇ ਕੀ ਵਿਚਾਰ? ਮੈਂ ਸਮਝਦਾ ਕਿ ਜਿਹੜਾ ਢੀਂਡਸਾ ਸਾਹਿਬ ਨੇ ਗੱਲ ਇਹ ਪ੍ਰਚਾਰ ਕੀਤੀ, ਇਹ ਕਰੈਕਟ ਸੋਲੂਸ਼ਨ ਹੈ ਪੰਜਾਬ ਦਾ। ਸਾਨੂੰ ਸਾਰਿਆਂ ਨੂੰ ਆਪਣੇ ਜਿਹੜੇ ਪਾਰਟੀਆਂ ਦੇ ਝੰਡੇ ਨੇ ਉਹ ਨੀਵੇਂ ਕਰਨੇ ਚਾਹੀਦੇ ਨੇ, ਪੰਜਾਬ ਦਾ ਝੰਡਾ ਚੱਕਣਾ ਚਾਹੀਦਾ, ਇੱਕ ਥਾਂ ਇਕੱਠੇ ਹੋਣਾ ਚਾਹੀਦਾ, ਬਿਨਾਂ ਕਿਸੇ ਕੀ ਕਹਿੰਦੇ ਬਿਨਾਂ ਸ਼ਰਤ ਤੋਂ, ਬਿਨਾਂ ਕਿਸੇ ਅਹੁਦੇਦਾਰੀਆਂ ਤੋਂ, ਬਿਨਾਂ ਕਿਸੇ ਲਾਲਚ ਤੋਂ, ਤੇ ਆਪਣੇ ਸੂਬੇ ਦੇ ਹਿੱਤ ਨੂੰ ਮੁੱਖ ਰੱਖ ਕੇ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ, ਦੈਟ ਇਜ਼ ਅ ਵੈਰੀ ਵਾਇਬਲ ਸੋਲੂਸ਼ਨ ਫॉर ਪੰਜਾਬ। ਮੈਂ ਉਹਨਾਂ ਦੇ ਇਸ ਗੱਲ ਨਾਲ ਬਹੁਤ ਸਹਿਮਤ ਹਾਂ। ਤੁਸੀਂ ਫਿਰ ਉਹਨਾਂ ਦੇ ਨਾਲ ਜਾਓਗੇ? ਅਸੀਂ ਉਹਨਾਂ ਦੇ ਨਾਲ, ਸਾਡੇ ਆਲਰੇਡੀ ਗੈਰ ਰਸਮੀ ਗੱਲਾਂ ਬਾਤਾਂ ਸਭ ਨਾਲ ਹੋ ਰਹੀਆਂ ਨੇ, ਔਰ ਜਦੋਂ ਕੋਈ ਇਦਾਂ ਦਾ ਅਲਟਰਨੇਟਿਵ ਪੈਦਾ ਹੋ ਗਿਆ ਕਿ ਅਸੀਂ ਸਾਰੇ ਇੱਕ ਥਾਂ ਦੇ ਉੱਤੇ ਆ, ਫਿਰ ਕਿਸੇ ਨੇ ਕਿਸੇ ਨਾਲ ਨਹੀਂ ਜਾਣਾ, ਅਸੀਂ ਪੰਜਾਬ ਨਾਲ ਜਾਣਾ, ਸਾਰਿਆਂ ਨੇ ਪੰਜਾਬ ਨਾਲ ਜਾਣਾ। ਉਮੀਦ ਰੱਖਦੇ ਹਾਂ ਕਿ ਪੰਜਾਬ ਦੇ ਨਾਲ ਜਾਣ ਵਾਲੇ ਜਾਂ ਪੰਜਾਬ ਦਾ ਭਲਾ ਚਾਹੁਣ ਵਾਲੇ ਜਿਹੜੇ ਆਗੂ ਆ, ਇਕੱਲੇ ਆਗੂ ਨਹੀਂ ਕਹਾਂਗਾ ਮੈਂ, ਲੋਕ ਆਗੂ ਹੈ, ਉਹ ਅੱਗੇ ਆਉਣ, ਇੱਕ ਇਹੋ ਜਿਹੀ ਧਿਰ ਬਣੇ ਜਿਹੜੀ ਪੰਜਾਬ ਨੂੰ, ਜਿਹੜਾ ਇਸ ਵੇਲੇ ਗੋਡਿਆਂ ਭਾਰ ਬੈਠਾ ਆ, ਤੇ ਇਸ ਗੱਲ ਦੀ ਦਰਕਾਰ ਰੱਖਦਾ ਹੈ ਕਿ ਕੋਈ ਬਾਂਹ ਫੜੇ ਤੇ ਥੋੜ੍ਹਾ ਜਿਹਾ ਹੰਭਲਾ ਮਾਰ ਕੇ ਇਹਨੂੰ ਆਪਣੇ ਪੈਰਾਂ ਤੇ ਕਰੇ, ਤੇ ਉਹ ਧਿਰ ਆਣ ਕੇ ਇਸ ਪੰਜਾਬ ਨੂੰ ਗੋਡਿਆਂ ਭਾਰ ਤੋਂ ਚੱਕੇ, ਪੈਰਾਂ ਤੇ ਕਰੇ, ਤੇ ਪੰਜਾਬ ਫਿਰ ਉਸੇ ਰਫ਼ਤਾਰ, ਉਸੇ ਮੜਕ ਦੇ ਨਾਲ ਤੁਰਦਾ ਨਜ਼ਰ ਆਵੇ ਜਿਹੜਾ ਕਿਸੇ ਸਮੇਂ ਤੁਰਿਆ ਕਰਦਾ ਸੀਗਾ। ਖਹਿਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਹਾਂਜੀ, ਬਹੁਤ ਸ਼ੁਕਰੀਆ, ਧੰਨਵਾਦ ਸਾਰਿਆਂ ਦਾ, ਤੁਹਾਡਾ ਵੀ ਜੀ। ਔਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ, ਤੇ ਮੇਰੇ ਨਾਲ ਕੈਮਰਾਮੈਨ ਪ੍ਰਵੀਨ ਬੌਬੀ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।